ਕੈਨੇਡੀਅਨ ਸੰਸਦ ਦਾ ਜਿਹੜਾ ਫਾਲ ਇਜਲਾਸ ਹੈਗਾ ਸ਼ੁਰੂ ਹੋਇਆ ਤੇ ਲਿਬਰਲ ਸਰਕਾਰ ਨੇ ਘੱਟ ਆਮਦਨ ਵਾਲਿਆਂ ਦੀ ਆਰਥਿਕ ਮਦਦ ਦੇ ਲਈ GST ਹਾਊਸਿੰਗ ਤੇ ਡੈਂਟਲ ਕੇਅਰ ਵਾਲੇ ਬਿੱਲ ਪੇਸ਼ ਕੀਤੇ ਹੈਗੇ ਆ। ਇਹਦੇ 'ਚ ਜ਼ਿਆਦਾ ਵੱਡੀ ਗੱਲ ਆ ਰਹੀ ਹੈ ਡੈਂਟਲ ਕਵਰੇਜ ਦੀ। GST ਵੀ ਥੋੜੀ ਜਿਹੀ ਜ਼ਿਆਦਾ ਦੇਣੀ ਉਹਨਾਂ ਨੇ, ਜਿਹੜੇ ਰਿਟਰਨ ਕਰਦੇ ਹੁੰਦੇ ਆ, ਰੀਫੰਡ ਦਿੰਦੇ ਹੁੰਦੇ। ਹਾਂਜੀ। ਤੇ ਹਾਊਸਿੰਗ ਦੇ ਵਿੱਚ ਅਜੇ ਕੋਈ ਬਹੁਤੀਆਂ ਡੀਟੇਲਸ ਨਹੀਂ ਦਿੱਤੀਆਂ ਵੀ ਕਿੱਦਾਂ ਉਹਨਾਂ ਨੇ ਮਦਦ ਕਰਨੀ ਹੈ। ਇਹ ਇੱਕ 2 ਸਾਲ ਲਈ ਪ੍ਰੋਗਰਾਮ ਲਿਖਿਆ ਇਹਨਾਂ ਨੇ, ਕੋਈ ਪਰਮਾਨੈਂਟ ਨਹੀਂ ਆ। ਉਹ ਕਹਿ ਰਹੇ, ਮਿਨਿਸਟਰ ਕਹਿ ਰਿਹਾ ਸੀ ਕਿ ਅਸੀਂ ਪਰਮਾਨੈਂਟ ਜਿਹੜਾ ਡੈਂਟਲ ਕਵਰੇਜ ਆ ਉਹਦੇ ਬਾਰੇ ਹਾਲੇ ਡੀਟੇਲਸ ਅਸੀਂ ਜਾਰੀ ਕਰਾਂਗੇ ਫਿਊਚਰ ਦੇ ਵਿੱਚ। ਕੀ ਇਹਨੂੰ ਐਕਸਟੈਂਡ ਕਰਨਗੇ, ਕੀ ਇਹਦੇ ਪੈਸੇ ਹੋਰ ਦੇਣਗੇ, ਇਹ ਡਿਪੈਂਡ ਕਰਦਾ ਹੈ। ਪਰ ਇੱਕ ਗੱਲ ਇੰਡੀਕੇਟ ਕਰ ਦਿੱਤੀ ਹੈ ਕਿ ਇਹਨਾਂ ਨੇ ਪਹਿਲਾਂ ਕਿਆਸਰਾਈਆਂ ਲਾਉਂਦੇ ਸੀ ਕਿ ਨਹੀਂ ਕਿ ਫਾਲ ਦੇ ਵਿੱਚ ਸ਼ਾਇਦ ਇਲੈਕਸ਼ਨ ਕਰਾ ਦੇਣ ਕਿ ਨਵਾਂ ਪੀਅਰ ਪੋਲੀਵਰ ਲੀਡਰ ਬਣਿਆ, ਉਹਨੂੰ ਲੀਡਰ ਬਣਦੇ ਸਾਰੇ ਢਾਲੋ। ਜੀ ਡਾਕਟਰ ਸਾਹਿਬ, ਵੈਸੇ ਇਹਨਾਂ ਨੇ ਜਿਵੇਂ ਜਦੋਂ ਅਨਾਉਂਸਮੈਂਟ ਕਰਨੀ ਸੀ ਕਿ ਅਸੀਂ ਕਾਸਟ ਆਫ ਲਿਵਿੰਗ ਪਲਾਨ ਅਨਾਉਂਸ ਕਰਨਾ, ਉਹਦੇ ਵਿੱਚ ਇਹਨਾਂ ਨੇ ਹਾਊਸਿੰਗ ਬੈਨੀਫਿਟ ਦੀ ਵੀ ਗੱਲ ਵਧਾ ਚੜਾ ਕੇ ਕੀਤੀ ਸੀ। ਪਰ ਜਦੋਂ ਹੁਣ ਇਹਨਾਂ ਨੇ ਇਸ ਚੀਜ਼ ਨੂੰ ਅਨਾਉਂਸ ਕੀਤਾ, ਇਹਦੇ ਵਿੱਚ ਬਹੁਤੀ ਡਿਟੇਲ ਹੈ ਨਹੀਂ। ਤੇ ਇੱਥੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕਿਹਾ, ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਫੀ ਜ਼ਿਆਦਾ ਪ੍ਰੇਜ਼ ਕੀਤੀ। ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਜੀ ਨੇ ਜਦੋਂ ਕਿਹਾ ਸੀ ਕਿ ਇਹ ਜਿਹੜਾ ਸਮਾਂ ਹੈਗਾ ਇਹ ਲੜਾਈ ਦਾ ਨਹੀਂ, ਇਹ ਪੱਛਮ ਨਾਲ ਬਦਲਾ ਲੈਣ ਦਾ ਜਾਂ ਫਿਰ ਪੂਰਬ ਦੇ ਵਿਰੁੱਧ ਪੱਛਮ ਦਾ ਵਿਰੋਧ ਕਰਨ ਦਾ ਨਹੀਂ ਹੈਗਾ। ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਇਹ ਗੱਲ ਕੀਤੀ ਕਿ ਜਦੋਂ ਸ਼ੰਘਾਈ ਗਰੁੱਪ ਮੀਟਿੰਗਸ ਕੀ ਉਜ਼ਬੈਕਿਸਤਾਨ ਦੇ ਵਿੱਚ, ਉਹਨਾਂ ਨੇ ਕਿਹਾ ਪੁਟਿਨ ਨੂੰ ਕਿ ਲੜਾਈ ਦਾ ਸਮਾਂ ਨਹੀਂ। ਵੈਸਟਰਨ ਨੇਸ਼ਨਸ ਵਿੱਚੋਂ, ਜਿਨ੍ਹਾਂ ਦੇ ਵਿੱਚੋਂ ਮੈਕਰੋਨ ਵੀ ਆਉਂਦੇ ਆ, ਸਾਡੇ ਪ੍ਰਾਈਮ ਮਿਨਿਸਟਰ ਵੀ ਆਉਂਦੇ ਆ, ਇਹਨਾਂ ਨੇ ਅੱਜ ਤਾਈਂ ਇੱਕ ਵਰਡ ਨਹੀਂ ਕਿਹਾ ਸ਼ਾਂਤੀ। ਉਹਨਾਂ ਨੇ ਪਬਲਿਕਲੀ ਵੀ ਇਹ ਗੱਲ ਕਹਿਤੀ ਕਿ ਲੜਾਈ ਕਰਨ ਦਾ ਸਮਾਂ ਨਹੀਂ ਆ। ਇਹ ਗੱਲ ਜਿਹੜੀ ਹੈ ਵੈਸਟਰਨ ਨੇਸ਼ਨਸ ਨੂੰ ਸਬਕ ਲੈਣ ਦੀ ਲੋੜ ਆ, ਸਿਫਤਾਂ ਕਰਨ ਦੀ ਲੋੜ ਨਹੀਂ ਹੈ। ਡਾਕਟਰ ਸਾਹਿਬ, ਹੁਣ ਇੱਕ ਨਿਊਜ਼ ਆਈ ਹੈਗੀ, ਇੱਕ ਰਿਪੋਰਟ ਆਈ ਆ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਈਡਨ ਪ੍ਰਸ਼ਾਸਨ ਦੇ ਅੰਡਰ ਸੈਂਟਰਲ ਅਮਰੀਕਨ ਜਿਹੜੇ ਬੱਚੇ ਆ ਉਹਨਾਂ ਲਈ ਜਿਹੜਾ US ਹਿਊਮੈਨਿਟੇਰੀਅਨ ਪ੍ਰੋਗਰਾਮ ਹੈਗਾ ਇਹ ਕਾਫੀ ਜ਼ਿਆਦਾ ਸਲੋ ਚੱਲ ਰਿਹਾ। ਇਹ ਪ੍ਰੋਗਰਾਮ ਪਹਿਲਾਂ ਵੀ ਚੱਲਦਾ ਹੁੰਦਾ ਸੀ। 2017 ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਖਤਮ ਕਰਤਾ। ਸਿਆਸੀ ਇਸ਼ੂ ਸੀ ਕਿ ਸਾਡਾ ਓਪੋਨੈਂਟ ਜਿਹੜਾ ਹੈ ਉਹਨੇ ਖਤਮ ਕੀਤਾ, ਅਸੀਂ ਲੈ ਕੇ ਆਵਾਂਗੇ। ਹਾਂਜੀ। ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀ ਉਹੀ ਗੱਲਾਂ ਉਵੇਂ ਹੀ ਚੱਲ ਰਹੀਆਂ। ਮਿਨਿਸਟਰ, ਤੁਸੀਂ ਇੱਕ ਕਮਿਊਨਿਟੀ ਪ੍ਰੋਜੈਕਟਸ ਟੂ ਸਪੋਰਟ ਸੀਨੀਅਰਸ ਨਾਂ ਦੀ ਇਹ ਪ੍ਰਪੋਜ਼ਲ ਦਿੱਤੀ ਹੈ ਅਗਲੇ ਸਾਲ ਲਈ। ਇਹਦੇ ਵਿੱਚ ਵੈਸੇ ਹੈ ਕੀ ਜੀ? ਆਪਣੇ ਬਜ਼ੁਰਗਾਂ ਦੀ ਸਿਹਤ, ਵੈਲਬੀਇੰਗ ਤੇ ਅਤੇ ਉਹਨਾਂ ਦੀ ਕੁਆਲਿਟੀ ਆਫ ਲਾਈਫ ਇੰਪਰੂਵ ਕਰਨਾ ਸਾਡੀ ਸਰਕਾਰ ਦੀ ਹਮੇਸ਼ਾ ਹੀ ਪ੍ਰਾਇੋਰਟੀ ਰਹੀ ਹੈਗੀ ਆ। ਜੀ ਇਹ ਨਵੀਆਂ ਵੀ ਬਿਗ ਔਰ ਸਮਾਲ ਆਰਗੇਨਾਈਜੇਸ਼ਨ ਜਿਹੜੀਆਂ ਪਹਿਲਾਂ ਵੀ ਹੈਗੀਆਂ ਆਰਗੇਨਾਈਜੇਸ਼ਨ, this program is really designed for ਕੋਈ ਵੀ ਆਰਗੇਨਾਈਜੇਸ਼ਨ ਜੇ ਤੁਸੀਂ ਹੁਣੇ ਨਵੀਂ ਸਟਾਰਟ ਕੀਤੀ ਹੈਗੀ ਆ ਜਾਂ ਤੁਸੀਂ ਸੀਨੀਅਰਸ ਦੇ ਲਈ ਕੰਮ ਕਰ ਰਹੇ ਹੈਗੇ ਹੋ ਜਾਂ ਤੁਹਾਡਾ ਕੋਈ ਰੈਕਡ ਹੈਗਾ for many years, it's open to everyone to apply. ਹੁਣ ਕਈ ਸੀਨੀਅਰਸ ਆਉਂਦੇ ਆ ਤੇ ਉਹਨਾਂ ਦੇ ਕਈ ਹੋਰ, ਜਿੱਦਾਂ ਸਰੀ ਦੇ ਵਿੱਚ ਤਾਂ ਸਾਡੇ ਹੈ ਨੇ ਸੀਨੀਅਰ ਸਿਟੀਜ਼ਨ ਦੇ ਬੈਠਣ ਉੱਠਣ ਲਈ, ਪਰ ਕਈ ਹੋਰ ਸਿਟੀਜ਼ ਦੇ ਵਿੱਚ, ਖਾਸ ਤੌਰ ਤੇ ਛੋਟੀਆਂ ਸਿਟੀਜ਼ ਦੇ ਵਿੱਚ ਉਹਨਾਂ ਦੇ ਕੋਈ ਬੈਠਣ ਉੱਠਣ ਦਾ ਇੰਤਜ਼ਾਮ ਹੁੰਦਾ ਨਹੀਂ। ਇਦਾਂ ਦਾ ਪ੍ਰੋਜੈਕਟ ਵੀ ਕੋਈ ਹੈ ਇਹਨਾਂ ਦੇ? ਸਾਡੀ ਸਰਕਾਰ ਦਾ ਇਹ ਹੈ ਕਿ ਆਪਾਂ ਮਿਊਨਿਸਪੈਲਿਟੀਜ਼ ਦੇ ਅੰਦਰ ਜਾਂ ਆਪਣੀ ਸੀਨੀਅਰ ਆਰਗੇਨਾਈਜੇਸ਼ਨ ਜਿਹੜੇ ਕਿ ਗਰਾਊਂਡ ਤੇ ਕੰਮ ਕਰ ਰਹੇ ਹੈਗੇ ਆ, ਸੀਨੀਅਰਸ ਦੇ ਨਾਲ ਕੰਮ ਕਰ ਰਹੇ ਹੈਗੇ ਆ।
ਟੂ ਮੇਕ ਸ਼ੋਰ ਆਪਾਂ ਅਮੈਂਡਮੈਂਟ ਲੈ ਕੇ ਆਈਏ ਕ੍ਰਿਮੀਨਲ ਕੋਡ ਦੇ ਅੰਦਰ ਕਿ ਐਲਡਰ ਅਬਿਊਜ਼ ਦਾ ਮਤਲਬ ਕੀ ਹੈਗਾ ਆ ਤੇ ਉਹਦੇ ਕੀ ਅੱਗੇ ਕਨਸੀਕੁਐਂਸਸ ਹੋ ਸਕਦੇ ਹੈਗੇ ਆ। ਸੋ ਦੈਟ ਵਰਕ ਇਜ਼ ongoing and we will have more to share very soon. ਰੇਡੀਓ ਇੰਡੀਆ KRP 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 22 ਸਤੰਬਰ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRP 1110 AM ਤੇ। स्टूडियो का नंबर है 6045929191 604-595-9191। स्वागत करते हैं डॉक्टर शिंदर पुरेवाल जी का। डॉक्टर साहब प्रोग्राम च तुहाडा स्वागत है जी। गुड मॉर्निंग। गुड मॉर्निंग डॉक्टर साहब। गलबात का सिलसिला शुरू करते हैं जी। कनेडियन संसद का जिहड़ा फॉल इजलास हैगा शुरू होया ते लिबरल सरकार ने घट आमदन वालियां दी आर्थिक मदद दे लई GST हाउसिंग ते डेंटल केयर वाले बिल पेश कीते हैगे आ। कॉस्ट ऑफ लिविंग प्लान जो हैगा उन्हां ने उहदे तो पर्दा चुक दिता। इस पूरी खबर बारे डिटेल दे विच अपने श्रोतिਆਂ ਨੂੰ ਦੱਸੋ। ਇਹਦੇ ਚ ਜ਼ਿਆਦਾ ਵੱਡੀ ਗੱਲ ਆ ਰਹੀ ਹੈ ਡੈਂਟਲ ਕਵਰੇਜ ਦੀ। GST ਵੀ ਥੋੜੀ ਜੀ ਜ਼ਿਆਦਾ ਦੇਣੀ ਉਹਨਾਂ ਨੇ ਜਿਹੜੇ ਰਿਟਰਨ ਕਰਦੇ ਹੁੰਦੇ ਆ, ਰੀਫੰਡ ਦਿੰਦੇ ਹੁੰਦੇ। ਹਾਂਜੀ। ਤੇ ਹਾਊਸਿੰਗ ਦੇ ਵਿੱਚ ਅਜੇ ਕੋਈ ਬਹੁਤੀਆਂ ਡਿਟੇਲਸ ਨਹੀਂ ਦਿੱਤੀਆਂ ਵੀ ਕਿੱਦਾਂ ਉਹਨਾਂ ਨੇ ਮਦਦ ਕਰਨੀ ਆ, ਪਰ ਥੋੜੀਆਂ ਜਿਹੀਆਂ ਡਿਟੇਲਸ ਜਿਹੜੀਆਂ ਆਈਆਂ ਉਹ ਡੈਂਟਲ ਕਵਰੇਜ ਤੇ ਆਈਆਂ। ਡੈਂਟਲ ਕਵਰੇਜ ਕਰਨੀ ਆ 12 ਸਾਲ ਤੱਕ ਦਾ ਬੱਚਾ ਹੋਵੇ, ਸਿਰਫ ਬੱਚਿਆਂ ਲਈ ਹੈ। ਤੇ ਜਿਹੜੀ ਇਨਕਮ ਰੱਖੀ ਆ ਇਹਨਾਂ ਨੇ ਕਿਹਾ ਕਿ ਲੋ ਇਨਕਮ ਤੇ ਮਿਡਲ ਇਨਕਮ ਵਾਲਿਆਂ ਨੂੰ ਅਸੀਂ ਮਦਦ ਦੇਵਾਂਗੇ। ਉਹਦੇ ਵਿੱਚ ਲੋ ਇਨਕਮ ਤਾਂ ਗਿਣਦੇ ਆ 70,390 ਹੈ ਸ਼ਾਇਦ ਜੀ। 70,300 ਤੋਂ ਜਿਹਦੀ ਘੱਟ ਆਮਦਨ ਆ ਉਹ ਆਪਣੇ ਬੱਚਿਆਂ ਲਈ, ਔਰ ਉਹਨਾਂ ਨੂੰ ਇਹ ਵੀ ਲਿਖਣਾ ਪੈਣਾ ਕਿ ਉਹਨਾਂ ਨੂੰ ਕੋਈ ਐਕਸਟੈਂਡਡ ਹੈਲਥ ਕੇਅਰ ਨਹੀਂ ਮਿਲਦਾ। ਜੇ ਉਹਨਾਂ ਦੀ ਕੰਪਨੀ ਵੱਲੋਂ, ਚਾਹੇ ਉਹ ਸਰਕਾਰੀ ਜਾਂ ਗੈਰ ਸਰਕਾਰੀ ਕੰਮ ਕਰਦੇ ਆ, ਜੇ ਉਹਨਾਂ ਦੀ ਕੰਪਨੀ ਉਹਨਾਂ ਨੂੰ ਐਕਸਟੈਂਡਡ ਹੈਲਥ ਕੇਅਰ ਦਿੰਦੀ ਆ ਫਿਰ ਉਹਨਾਂ ਨੂੰ ਇਹ ਜਿਹੜੇ ਡੈਂਟਲ ਕਵਰੇਜ ਫੈਡਰਲ ਗਵਰਨਮੈਂਟ ਦੀ ਨਹੀਂ ਮਿਲਣੀ, ਫਿਰ ਉਹ ਐਲੀਜੀਬਲ ਨਹੀਂ ਹੈਗੇ, ਫਿਰ ਨਹੀਂ ਐਲੀਜੀਬਲ। ਤੇ ਦੂਸਰਾ ਹੈਗਾ ਜਿਹੜੇ 70,300 ਤੋਂ 90,000 ਤੋਂ ਘੱਟ ਆ ਉਹਨਾਂ ਨੂੰ ਥੋੜੇ ਪੈਸੇ ਮਿਲਣੇ ਆ। ਇਹ ਇੱਕ 2 ਸਾਲ ਲਈ ਪ੍ਰੋਗਰਾਮ ਲਿਖਿਆ ਇਹਨਾਂ ਨੇ, ਕੋਈ ਪਰਮਾਨੈਂਟ ਨਹੀਂ ਆ। ਉਹ ਕਹਿ ਰਹੇ, ਮਿਨਿਸਟਰ ਕਹਿ ਰਿਹਾ ਸੀ ਕਿ ਅਸੀਂ ਪਰਮਾਨੈਂਟ ਜਿਹੜਾ ਡੈਂਟਲ ਕਵਰੇਜ ਆ ਉਹਦੇ ਬਾਰੇ ਹਾਲੇ ਡਿਟੇਲਸ ਅਸੀਂ ਜਾਰੀ ਕਰਾਂਗੇ ਫਿਊਚਰ ਦੇ ਵਿੱਚ। ਇਸ ਵੇਲੇ ਉਹਨਾਂ ਨੇ 2 ਸਾਲਾਂ ਦਾ ਜਿਹੜਾ ਪੇਰੈਂਟਸ ਨੂੰ ਐਕਚੁਅਲੀ ਪੁੱਛਣਾ ਪੈਣਾ, ਉਹ ਵੈਸੇ ਹੀ ਨਹੀਂ ਆਉਣੀਆਂ ਚੈੱਕਸ ਤੁਹਾਡੇ। $650 ਮਿਲਣੇ ਇੱਕ ਬੱਚੇ ਦੇ 2 ਸਾਲਾਂ ਲਈ ਜੀ। ਤੇ ਉਹਦੇ ਵਿੱਚ ਤੁਹਾਨੂੰ ਪੁੱਛਣਾ ਪੈਣਾ, ਤੁਹਾਨੂੰ ਦੇਣਗੇ ਪੈਸੇ, ਔਰ ਪੈਸੇ ਉਹ ਮੋਨੀਟਰ ਕਿੱਦਾਂ ਕਰਨੇ ਉਹ ਨਹੀਂ ਪਤਾ ਵੀ ਪੈਸੇ ਕਿਸਨੇ ਡੈਂਟਲ ਕਵਰੇਜ ਲਈ ਲਏ ਆ ਤੇ ਡੈਂਟਲ ਲਈ ਯੂਜ਼ ਕਰਨਗੇ ਜਾਂ ਹੋਰ ਕਿਸੇ ਕੰਮ ਲਈ ਕਰਨਗੇ, ਇਹ ਪੇਰੈਂਟਸ ਤੇ ਡਿਪੈਂਡ ਕਰਦਾ। ਪਰ ਇੰਨਾ ਉਹਨਾਂ ਨੂੰ ਵਾਅਦਾ ਕਰਨਾ ਪੈਣਾ ਕਿ ਹਾਂ ਡੈਂਟਲ ਕਵਰੇਜ ਲਈ ਆ ਸਾਨੂੰ ਉਹਨਾਂ ਦੀਆਂ ਲੋੜਾਂ। ਪਰ $650 2 ਸਾਲਾਂ ਲਈ ਮੇਰਾ ਖਿਆਲ ਕੋਈ ਕਲੀਨ ਅਪ, ਜੇ ਬੱਚਿਆਂ ਦੇ ਦੰਦ ਕਲੀਨ ਕਰਨੇ ਹੋਣ ਉਹ ਤਾਂ ਕਾਫੀ ਆ, ਪਰ ਜੇ ਵੱਡੀਆਂ ਜੌਬਸ ਕਰਾਉਣੀਆਂ ਜਿੱਦਾਂ ਕੋਈ ਰੂਟ ਕਨਾਲ ਕਰਨੀ ਪਵੇ ਹਾਂਜੀ, ਤੇ ਇਹਨਾਂ ਦਿਨਾਂ ਦੇ ਵਿੱਚ 12 ਸਾਲ ਤੋਂ ਥੱਲੇ ਹੀ ਤਕਰੀਬਨ ਉਹ ਮੋਸਟਲੀ ਬੱਚਿਆਂ ਦੇ ਬ੍ਰੇਸਸ ਪਾਉਂਦੇ ਆ ਨਾ ਅੱਜ ਕੱਲ, ਵਿੰਗੇ ਹੋਏ ਦੰਦ। ਹਾਂਜੀ। ਇੱਥੇ ਕੈਨੇਡਾ ਦੇ ਵਿੱਚ ਵੀ ਬਹੁਤ ਘੱਟ ਆ ਜੀ, ਕਿ ਸਾਰੇ ਤਕਰੀਬਨ ਸਾਰੇ ਬੱਚਿਆਂ ਦੇ ਬ੍ਰੇਸਸ ਪਾਏ ਹੁੰਦੇ। ਹਾਂਜੀ। ਤੇ ਉਹ ਬਹੁਤ ਮਹਿੰਗਾ ਪ੍ਰੋਜੈਕਟ ਹੁੰਦਾ ਜੀ, ਤੇ ਜਦੋਂ ਸ਼ੁਰੂ ਵੀ ਕਰਦੇ ਆ ਤਾਂ ਉਸ ਤੋਂ ਬਾਅਦ 12 ਸਾਲ ਤੋਂ ਉੱਪਰ ਹੋਇਆਂ ਦੇ ਫਿਰ ਬ੍ਰੇਸਸ ਲਾਉਂਦੇ ਆ, ਪਰ ਪਹਿਲਾਂ ਉਹਨਾਂ ਦੀ ਅਸੈਸਮੈਂਟ ਲਾਉਣੀ ਸ਼ੁਰੂ ਕਰ ਦਿੰਦੇ ਆ ਕਿਉਂਕਿ ਉਹਦਾ ਖਰਚਾ ਜ਼ਿਆਦਾ ਹੋਣਾ। ਉਹ ਇਸ ਵੇਲੇ ਕਵਰਡ ਨਹੀਂ ਹੈ। ਕੀ ਇਹਨੂੰ ਐਕਸਟੈਂਡ ਕਰਨਗੇ, ਕੀ ਇਹਦੇ ਪੈਸੇ ਹੋਰ ਦੇਣਗੇ, ਇਹ ਡਿਪੈਂਡ ਕਰਦਾ। ਪਰ ਇੱਕ ਗੱਲ ਇੰਡੀਕੇਟ ਕਰ ਦਿੱਤੀ ਹੈ ਕਿ ਇਹਨਾਂ ਨੇ ਪਹਿਲਾਂ ਕਿਆਸ ਰਾਈਆਂ ਲਾਉਂਦੇ ਸੀ ਕਿ
ਕਿ ਫਾਲ ਦੇ ਵਿੱਚ ਸ਼ਾਇਦ ਇਲੈਕਸ਼ਨ ਕਰਾ ਦੇਣ ਕਿ ਨਵਾਂ ਪੀਅਰ ਪੋਲੀਵਰ ਲੀਡਰ ਬਣਿਆ, ਉਹਨੂੰ ਲੀਡਰ ਬਣਦੇ ਸਾਰੇ ਢਾਲੋ। ਹਾਂਜੀ, ਉਹ ਜਿਹੜੀ ਕਿਆਸਰਾਈ ਇਸ ਕਰਕੇ ਗਲਤੀ ਹੋਈ ਕਿ ਜਿਹੜੇ ਪੋਲਸ ਆ, ਪਾਰਟੀਜ਼ ਆਪਣੇ ਇੰਟਰਨਲ ਪੋਲ ਵੀ ਕਰਾਉਂਦੀ ਆ, ਉਹ ਠੀਕ ਨਹੀਂ ਆ ਰਹੇ ਲਿਬਰਲ ਪਾਰਟੀ ਲਈ। ਜੀ ਡਾਕਟਰ ਸਾਹਿਬ, ਹੁਣ ਨੈਨੋਜ਼ ਵਾਲਿਆਂ ਨੇ ਜਿਹੜਾ ਕਰਵਾਇਆ ਸੀ ਨਾ ਪੋਲ, ਉਹਦੇ ਵਿੱਚ ਕੰਜ਼ਰਵੇਟਿਵਸ ਅੱਗੇ ਆ। ਹੁਣ ਇਹਨਾਂ ਦੇ ਆਪਣੇ ਕਰਾਉਂਦੇ ਆ ਨਾ, ਇਹ ਜਿਹੜੀ ਬਾਕੀ ਦੀਆਂ ਮੀਡੀਆ ਛਾਪਤਾ ਪੋਲਸ, ਉਹਨਾਂ ਤੇ ਬੜਾ ਵਿਸ਼ਵਾਸ ਨਹੀਂ ਹੁੰਦਾ ਹਰ ਇੱਕ ਪਾਰਟੀ ਨੂੰ। ਹਾਂਜੀ, ਇਹ ਆਪਣੇ ਆਪਣੇ ਪਾਰਟੀ ਦੇ ਇੰਟਰਨਲ ਪੋਲ ਕਰਾਉਂਦੇ ਆ ਜੀ, ਤੇ ਉਹ ਬੜੇ ਐਕਸਟੈਂਸਿਵ ਪੋਲਸ ਹੁੰਦੇ ਆ, ਤੇ ਉਹਨਾਂ ਪੋਲਸ ਦੇ ਆਧਾਰ ਤੇ ਫਿਰ ਡਿਸੀਜਨ ਲੈਂਦੇ ਆ, ਫੈਸਲਾ ਲੈਂਦੇ ਆ। ਤੇ ਦੂਸਰੀ ਵੱਡੀ ਗੱਲ ਹੈ ਕਿ ਇਸ ਵੇਲੇ ਜੇ ਪਹਿਲਾਂ ਕਿਆਸਰਾਈ ਇਹ ਵੀ ਲਾਉਂਦੇ ਸੀ ਕਿ ਜਸਟਿਨ ਟਰੂਡੋ ਨੇ ਰਿਟਾਇਰ ਹੋ ਜਾਣਾ, ਕ੍ਰਿਸਟੀਆ ਫਰੀਲੈਂਡ ਜਿਹੜੀ ਆ ਉਹ ਲੀਡਰ ਬਣ ਜਾਊਗੀ ਸ਼ਾਇਦ। ਕ੍ਰਿਸਟੀਆ ਫਰੀਲੈਂਡ ਜਿਹੜੀ ਆ ਹੁਣ ਉਹ ਨੇਟੋ ਦੀ ਜੌਬ ਲੈਣ ਲਈ ਕਾਹਲੀ ਆ। ਹਾਂਜੀ, ਤੇ ਉਹਨੂੰ ਸ਼ਾਇਦ ਆਫਰ ਵੀ ਕਰ ਦੇਣ ਉਹ। ਜੀ, ਤੇ ਦੂਸਰਾ ਉਹਨਾਂ ਨੇ ਇਹ ਵੀ ਕਹਿਤਾ ਕਿ ਮੈਂ ਉਹਨਾਂ ਚਿਰ ਲੀਡਰ ਰਹੂੰਗਾ, ਮੈਂ ਅਗਲੀ ਇਲੈਕਸ਼ਨ ਲਈ ਵੀ ਲੀਡਰ ਰਹੂੰਗਾ। ਜੀ, ਉਹਨਾਂ ਨੇ ਕਿਹਾ ਕਿਉਂਕਿ ਜੇ ਉਹ ਕਹਿ ਦੇਣਗੇ ਮੈਂ ਰਿਟਾਇਰ ਹੋਣਾ ਤਾਂ ਫੇਰ ਉਹ ਲੇਮ ਡੈਕ ਪ੍ਰਾਈਮ ਮਿਨਿਸਟਰ ਬਣ ਜਾਂਦੇ ਆ। ਹਾਂਜੀ, ਸੋ 2025 ਤਾਈਂ ਐਨਡੀਪੀ ਦੀ ਸਪੋਰਟ ਉਹਨਾਂ ਦੇ ਨਾਲ ਆ। ਜੀ, ਸੋ ਅਗਲੇ ਕੁਝ ਦਿਨਾਂ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਡਿਪੈਂਡ ਕਰਦਾ। ਪਰ ਜਿਹੜੀ ਡੈਂਟਲ ਕਵਰੇਜ ਆ ਕੋਈ ਬਹੁਤੀ ਵਿਸਤਾਰ ਵਾਲੀ ਕੋਈ ਵੱਡੀ ਡੈਂਟਲ ਕਵਰੇਜ ਨਹੀਂ ਹੈ। ਇੱਕ ਤਾਂ ਬੱਚਿਆਂ ਲਈ ਹੈ ਸਿਰਫ। ਜੀ, ਤੇ ਜਿਹੜੀ ਬਜ਼ੁਰਗਾਂ ਲਈ ਕਹਿੰਦੇ ਸੀ ਉਹ ਨਹੀਂ ਅਜੇ ਆਈ। ਹਾਂਜੀ, ਕੋਈ ਅੱਜ ਜਿਹੜੇ ਮਿਨਿਸਟਰਸ ਨੇ, ਸੀਨੀਅਰ ਮਿਨਿਸਟਰ ਵੀ ਸਾਡੀ ਐਕਚੁਅਲੀ ਪੰਜਾਬਣੀ। ਹਾਂਜੀ, ਤੇ ਉਹਨਾਂ ਨੇ ਜਿਹੜੀ ਪਹਿਲਾਂ ਕਹਿੰਦੇ ਸੀ ਕਿ ਅਸੀਂ ਬੱਚਿਆਂ ਲਈ ਤੇ ਸੀਨੀਅਰਸ ਲਈ ਕਰਾਂਗੇ, ਸੀਨੀਅਰਸ ਦਾ ਜੇ ਨਾਂ ਨਹੀਂ ਲਿਆ। ਨਹੀਂ, ਸੀਨੀਅਰਸ ਦਾ ਤਾਂ ਡਾਕਟਰ ਸਾਹਿਬ ਕਿਤੇ ਜ਼ਿਕਰ ਹੈ ਨਹੀਂ। ਬੱਚਿਆਂ ਦੀ ਕੀਤੀ ਆ, ਉਹ ਵੀ ਛੋਟੀ ਜਿਹੀ $650 ਦੇ ਵਿੱਚ ਤੁਸੀਂ ਜਾ ਕੇ ਡੈਂਟਿਸਟ ਦੇ ਕੋਲ ਜਾ ਖੜ ਜਾਓ ਕਿ 2 ਸਾਲਾਂ ਦੇ ਵਿੱਚ ਕੀ ਬੱਚੇ ਨੂੰ ਲੋੜਾਂ ਪੈ ਸਕਦੀਆਂ। ਜਿਹੜੇ ਵੱਡੇ ਖਰਚੇ ਹੁੰਦੇ ਆ ਉਹ ਵੱਡਿਆਂ ਖਰਚਿਆਂ 'ਚ ਕਲੀਨਿੰਗ ਦਾ ਖਰਚਾ ਸ਼ਾਇਦ ਸਭ ਤੋਂ ਘੱਟ ਆ। ਹਾਂਜੀ, ਉਸ ਤੋਂ ਬਾਅਦ ਫਿਰ ਐਕਸ-ਰੇ ਲੈਂਦੇ ਆ, ਫਿਰ ਉਹ ਰੂਟ ਕਨਾਲ ਕਰਦੇ ਆ, ਤੇ ਕਈ ਵਾਰੀ ਆ ਜਿਹੜਾ ਜ਼ਿਆਦਾ ਕੰਮ ਹੈ ਬ੍ਰੇਸਸ ਦਾ, ਕਿਉਂਕਿ ਜਿਹੜੇ ਖਾਸ ਤੌਰ ਤੇ ਮੇਰਾ ਖਿਆਲ ਹੁਣ ਤਾਂ ਮੈਂ ਹਿੰਦੁਸਤਾਨ ਦੇ ਵਿੱਚ ਵੀ ਬ੍ਰੇਸਸ ਦੇਖੇ ਲੋਕਾਂ ਦੇ ਪਾਏ। ਹਾਂਜੀ ਡਾਕਟਰ ਸਾਹਿਬ, ਬੱਚੇ ਖਾਸ ਤੌਰ ਤੇ ਸ਼ਹਿਰਾਂ ਦੇ ਵਿੱਚ ਬੱਚਿਆਂ ਨੇ ਪਾਏ ਆ। ਜੀ, ਇਹ ਇੱਕ ਇਸ਼ੂ ਆ ਜਾਂਦੀ ਹੈ ਕਿ ਕੈਨੇਡੀਅਨ ਡੈਂਟਿਸਟਰੀ ਐਸੋਸੀਏਸ਼ਨ ਨੇ ਉਹ ਕਹਿੰਦੇ ਵੀ 7 ਸਾਲ ਤੱਕ ਕੈਨੇਡਾ ਦੇ ਵਿੱਚ, ਹੁਣ ਹਿੰਦੁਸਤਾਨ ਦੇ ਮੈਨੂੰ ਫਿਗਰ ਨਹੀਂ ਪਤਾ, ਕੈਨੇਡਾ ਦੇ ਵਿੱਚ 7 ਸਾਲ ਦੇ ਔਨ ਐਵਰੇਜ ਜਦੋਂ ਬੱਚਾ ਹੁੰਦਾ ਆ ਤਾਂ ਉਹਦੇ ਜਿਹੜੇ ਉਹ ਦੁੱਧ ਵਾਲੇ ਦੰਦ, ਦੁੱਧ ਦੇ ਦੰਦ ਹੁੰਦੇ ਆ ਉਹ ਨਿਕਲ ਜਾਂਦੇ ਆ। ਜੀ, ਤੇ ਫਿਰ ਦੂਜੇ ਅਸਲੀ ਦੰਦ ਆਉਣੇ ਸ਼ੁਰੂ ਹੁੰਦੇ ਆ। ਤੇ ਹੁਣ ਜਿਹੜੀ ਦੰਦ ਵਿਗੜਦੇ ਆ, ਵਿੰਗੇ ਟੇਢੇ ਹੁੰਦੇ ਆ, ਜਦੋਂ ਉੱਪਰਲੇ ਜਿਹੜੇ ਪਹਿਲੇ ਦੰਦ, ਜਿਹੜੇ ਦੁੱਧ ਦੇ ਦੰਦ ਜਿਹਨਾਂ ਨੂੰ ਅਸੀਂ ਕਹਿੰਦੇ ਆ, ਜੇ ਉਹ ਨਹੀਂ ਨਿਕਲਦੇ ਤੇ ਤਾਂ ਹੀ ਵਿੰਗੇ ਟੇਢੇ ਹੁੰਦੇ ਥੱਲੇ। ਹਾਂਜੀ, ਹੁਣ ਹਿੰਦੁਸਤਾਨ ਦੇ ਵਿੱਚ ਇੱਕ ਸਮੇਂ 'ਚ ਅਸੀਂ ਗੰਨੇ ਚੂਪਦੇ ਸੀ, ਛੱਲੀਆਂ ਖਾਂਦੇ ਸੀ, ਮਤਲਬ ਕੱਚੀਆਂ ਚੀਜ਼ਾਂ ਖਾਣ ਵਾਲੇ ਜਿਹੜੇ ਜ਼ੋਰ ਪੈਂਦਾ ਸੀ। ਜੀ, ਤੇ ਉਹ ਜ਼ੋਰ ਦੇ ਨਾਲ ਜਿਹੜੇ ਦੰਦ ਸਾਰੇ ਨਿਕਲ ਜਾਂਦੇ ਸੀ, ਜਾਂ ਕੋਈ ਘਸੁੰਨ ਮਾਰ ਕੇ ਕੱਢ ਦਿੰਦਾ ਸੀ। ਜੇ ਮਾੜਾ ਜਿਹਾ ਹਿਲਦਾ ਹੁੰਦਾ ਸੀ ਉਹਨੂੰ ਕੱਢਦੇ ਹੁੰਦੇ ਸੀ। ਮਤਲਬ ਜੇ ਦੰਦ ਨਿਕਲੂਗਾ ਤਾਂ ਹੀ ਥੱਲਿਓਂ ਸਿੱਧਾ ਆਊਗਾ। ਹਾਂਜੀ, ਥੱਲਿਓਂ ਤਾਂ ਦੰਦ ਆ ਹੀ ਜਾਂਦੇ ਆ, ਤੇ ਉੱਪਰ ਵਾਲੇ ਜੇ ਨਹੀਂ ਨਿਕਲੇ ਤੇ ਫਿਰ ਉਹ ਥੱਲੇ ਵਾਲਾ ਦੰਦ ਵਿੰਗਾ ਟੇਢਾ ਹੋ ਜਾਂਦਾ। ਹਾਂਜੀ, ਤੇ ਉਸੇ ਕਰਕੇ ਇਹਨਾਂ ਨੂੰ ਬ੍ਰੇਸਸ ਲਾਉਣੇ ਪੈਂਦੇ ਆ। ਬ੍ਰੇਸਸ ਦਾ ਸਿਰਫ ਕੰਮ ਇਹ ਹੀ ਆ ਵੀ ਉਹ ਦੰਦ ਸਿੱਧੇ ਕਰ ਦਿੰਦੇ ਆ, ਪਰ ਉਹਦੇ ਨਾਲ ਹੁਣ ਕਈ ਜਿਹੜੇ ਡੈਂਟਿਸਟਰੀ ਦੇ ਹੈਗੇ ਆ ਐਕਚੁਅਲੀ ਐਕਸਪਰਟ, ਉਹ ਕਹਿੰਦੇ ਕਿ ਉਹਦੇ ਨਾਲ ਐਕਚੁਅਲੀ ਕਮਜ਼ੋਰ ਹੋ ਜਾਂਦੇ ਆ, ਤੁਸੀਂ ਹਿਲਾ ਕੇ ਰੱਖ ਦਿੰਦੇ ਸਾਰੇ ਦੰਦਾਂ ਨੂੰ। ਜੀ, ਪਰ ਬੱਚੇ ਨੂੰ ਹੁੰਦਾ ਕਿ ਮੈਂ ਸੋਹਣਾ ਲੱਗਾ। ਹਾਂਜੀ, ਵਿੰਗੇ ਟੇਢੇ ਦੰਦ ਜਿਹੜੇ ਆ ਉਹ ਠੀਕ ਨਹੀਂ ਲੱਗਦੇ। ਹਾਂਜੀ, ਤਾਂ ਉਹਨਾਂ ਲਈ ਕੀ ਇਹ ਬ੍ਰੇਸਸ ਨੂੰ ਅੱਗੇ ਜਾ ਕੇ ਕਵਰ ਕਰਨਗੇ ਜਾਂ ਨਹੀਂ ਕਰਨਗੇ, ਇਹ ਡਿਪੈਂਡ ਕਰਦਾ ਕਿੱਦਾਂ ਦੀ ਉਹਨਾਂ ਦੇ ਕੋਲ ਕਵਰੇਜ ਆਉਣੀ ਹੈ। ਜੀ ਡਾਕਟਰ ਸਾਹਿਬ, ਵੈਸੇ ਇਹਨਾਂ ਨੇ ਜਿਵੇਂ ਜਦੋਂ ਅਨਾਉਂਸਮੈਂਟ ਕਰਨੀ ਸੀ ਕਿ ਅਸੀਂ ਕਾਸਟ ਆਫ ਲਿਵਿੰਗ ਪਲਾਨ ਅਨਾਉਂਸ ਕਰਨਾ, ਉਹਦੇ ਵਿੱਚ ਇਹਨਾਂ ਨੇ ਹਾਊਸਿੰਗ ਬੈਨੀਫਿਟ ਦੀ ਵੀ ਗੱਲ ਵਧਾ ਚੜਾ ਕੇ ਕੀਤੀ ਸੀ, ਪਰ ਜਦੋਂ ਹੁਣ ਇਹਨਾਂ ਨੇ ਇਸ ਚੀਜ਼ ਨੂੰ ਅਨਾਉਂਸ ਕੀਤਾ ਇਹਦੇ ਵਿੱਚ ਬਹੁਤੀ ਡਿਟੇਲ ਹੈ ਨਹੀਂ। ਇਹਦੇ ਵਿੱਚ ਇੱਕ ਤਾਂ ਟੋਟਲ ਬਜਟ ਜਿਹੜਾ ਆ 5.4 ਬਿਲੀਅਨ ਦਾ ਹੈ। ਹਾਂਜੀ,
ਸੋ 54,000 ਮਿਲੀਅਨ ਦੇ ਵਿੱਚ ਤੁਸੀਂ ਕੀ ਕੁਛ ਕਰ ਸਕਦੇ ਆ। ਜਿਹੜਾ ਜ਼ਿਆਦਾ ਬਜਟ ਆ ਉਹ ਹੈਗਾ ਆ ਇਹ ਡੈਂਟਲ ਕਵਰੇਜ ਦਾ। ਹਾਂਜੀ। ਤੇ ਫਿਰ GST ਵੀ ਦਾ ਵਾਅਦਾ ਕੀਤਾ ਹੈ ਕਿ GST ਅਸੀਂ ਥੋੜੀ ਜਿਹੀ ਜ਼ਿਆਦਾ ਦੇਵਾਂਗੇ ਲੋਕਾਂ ਨੂੰ ਜੀ, ਤਾਂ ਉਹਦੀਆਂ ਵੀ ਡੀਟੇਲਸ ਮਿਸਿੰਗ ਹੈ। ਹਾਂਜੀ। ਜਦੋਂ ਡੀਟੇਲਸ ਦੇਣਗੇ, ਹੁਣ ਜੇ ਕਿਸੇ ਨੂੰ $120 ਮੁੜਦੇ ਜਾਂ 75 ਮੁੜਦੇ ਆ 3 ਮਹੀਨਿਆਂ ਬਾਅਦ, ਉਹਦੇ 80 ਕਰਤੇ ਤਾਂ ਜਾਂ 125 ਕਰਤੇ, ਉਹਦਾ ਬਹੁਤਾ ਫਰਕ ਨਹੀਂ ਪੈਂਦਾ। ਪਰ ਸਰਕਾਰ ਤਾਂ ਕਹਿੰਦੀ ਹੈ ਨਾ ਵੀ ਅਸੀਂ ਵਧਾਤੇ ਆ। ਹਾਂਜੀ। ਵਧਾਉਣ ਭਾਵੇਂ $1 ਵਧਾਉਣ, ਪਰ ਉਹ ਵੱਧ ਗਿਆ। ਹਾਂਜੀ। ਉਹਨਾਂ ਦਾ ਪ੍ਰੋਪੇਗੈਂਡਾ ਪੂਰਾ ਹੋ ਗਿਆ ਨਾ ਜੀ। ਹੈਡਲਾਈਨ ਬੜੀ ਸੋਹਣੀ ਬਣ ਗਈ ਹੈਗੀ ਹੈ ਕਿ ਵਧਾ ਦਿੱਤਾ। ਸਭ ਤੋਂ ਵੱਡੀ ਗੱਲ ਹੈਗੀ ਹੈ ਕਿ NDP ਨੇ ਇਹਨਾਂ ਨੂੰ ਇਹ ਕਿਹਾ ਸੀ ਕਿ ਸਾਡੀ ਸਪੋਰਟ ਇਸ ਬੇਸ ਤੇ ਹੈ ਕਿ ਜੇ ਕੁਛ ਇੱਕ ਪ੍ਰੋਗਰਾਮ ਅਸੀਂ ਚਾਹੁੰਦੇ ਕਿ ਤੁਸੀਂ ਲੈ ਕੇ ਆਓ, ਤਾਂ ਉਹਨਾਂ ਦੇ ਵਿੱਚੋਂ ਇੱਕ ਪ੍ਰੋਗਰਾਮ ਇਹ ਸੀ ਕਿ ਡੈਂਟਲ ਕਵਰੇਜ ਹੋਣੀ ਚਾਹੀਦੀ ਹੈ। ਪਰ ਜਿਹੜੀ ਫੁੱਲ ਡੈਂਟਲ ਕਵਰੇਜ ਦੇਣੀ ਚਾਹੀਦੀ ਹੈ ਸਾਰਿਆਂ ਨੂੰ, ਉਹ ਕਦੋਂ ਆਊਗੀ, ਕਿਸ ਵੇਲੇ ਆਊਗੀ, ਉਹਦਾ ਅਜੇ ਕੋਈ ਜ਼ਿਕਰ ਨਹੀਂ। ਇਹ ਜਿਹੜੀ ਡੈਂਟਲ ਪਲਾਨ ਹੈ ਇਹ ਸਿਰਫ ਟੈਂਪਰੇਰੀ ਆ, 2 ਸਾਲ ਲਈ। 2 ਇਅਰਸ ਤੋਂ ਬਾਅਦ ਫਿਰ ਕੁਝ ਪਤਾ ਨਹੀਂ ਹੈਗਾ ਐਕਸਟੈਂਡ ਕਰਦੇ ਆ ਕਿ ਨਹੀਂ ਕਰਦੇ। ਅਜੇ ਕਹਿ ਤਾਂ ਇਹੀ ਰਹੇ ਆ ਕਿ ਅਸੀਂ ਐਕਚੁਅਲੀ ਉਹ ਤੇ ਕੰਮ ਕਰ ਰਹੇ ਹਾਂ। ਕਿੰਨਾ ਕੁ ਚਿਰ ਕੰਮ ਕਰਨਾ ਹੈ, ਕਿਹੜੀਆਂ ਡੀਟੇਲ ਸਾਨੂੰ ਦੇਣਗੇ, ਉਹ ਸਾਨੂੰ ਵੈਸੇ ਵੀ ਉਹਨਾਂ ਨੇ ਕੈਲਕੂਲੇਟ ਕੀਤਾ ਹੈ ਨਾ, ਉਸ ਵੇਲੇ ਕਰਾਂਗੇ ਜਦੋਂ ਬਿਲਕੁਲ ਇਲੈਕਸ਼ਨ ਆਉਣ ਵਾਲੀਆਂ ਹੋਈਆਂ। ਇਲੈਕਸ਼ਨ ਦੇ ਨੇੜੇ ਜਾ ਕੇ ਪੈਸੇ ਹੁਣ ਥੋੜ੍ਹਾ ਖਰਚਣੇ ਚਾਹੁੰਦੇ ਆ। ਇਲੈਕਸ਼ਨ ਤਾਂ 2025 ਦੇ ਵਿੱਚ ਆ। ਹਾਂਜੀ। ਸੋ 2025 ਤੋਂ 2024 ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ 2 ਸਾਲ ਪੂਰੇ ਹੋ ਜਾਣੇ, ਤਾਂ ਫਿਰ 2025 ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਇਦਾਂ ਦਾ ਪ੍ਰੋਗਰਾਮ ਦੇਣਗੇ ਜਿਹੜਾ ਕਿ ਇੱਕ ਡਿਵਾਈਡਿੰਗ ਇਸ਼ੂ ਬਣ ਜੂਗੀ, ਡਿਵਿਸਿਵ ਇਸ਼ੂ ਜਿਹਨੂੰ ਕਹਿੰਦੇ ਅਸੀਂ ਜੀ, ਜਿਹੜੀ ਕਿ ਪੀਅਰ ਪੋਲੀਵਰ ਨੂੰ ਜ਼ੋਰ ਪਾਉਣਗੇ ਵੀ ਤੇਰਾ ਕੀ ਸਟੈਂਡ ਆ। ਹਾਂਜੀ। ਤੇਰਾ ਕੀ ਸਟੈਂਡ, ਤੂੰ ਕੀ ਕਹਿਣਾ, ਤੂੰ ਡੈਂਟਲ ਕਵਰੇਜ ਅੱਗੇ ਲੈ ਕੇ ਜਾਊਂਗਾ ਜਾਂ ਨਹੀਂ ਲੈ ਕੇ ਜਾਊਂਗਾ। ਤਾਂ ਉਹਦੇ ਤੇ ਦੂਸਰੀ ਇਸ਼ੂ ਬਣਦੀ ਜਾਂਦੀ ਹੈ ਹੈਲਥ ਕੇਅਰ ਦੀ ਪ੍ਰਾਈਵੇਟਾਈਜੇਸ਼ਨ ਲਿਆਉਣੀ ਜਾਂ ਨਹੀਂ ਲਿਆਉਣੀ। ਹਾਂਜੀ। ਡਾਕਟਰ ਸਾਹਿਬ, ਗੱਲ ਕਰਦੇ ਆ ਹੁਣ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੀ, ਜੋ ਨਿਊਯਾਰਕ ਸਿਟੀ ਵਿੱਚ ਚੱਲ ਰਹੀ ਆ। ਤੇ ਇੱਥੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕਿਹਾ, ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਫੀ ਜ਼ਿਆਦਾ ਪ੍ਰੇਜ਼ ਕੀਤੀ। ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਜੀ ਨੇ ਜਦੋਂ ਕਿਹਾ ਸੀ ਕਿ ਇਹ ਜਿਹੜਾ ਸਮਾਂ ਹੈਗਾ ਇਹ ਲੜਾਈ ਦਾ ਨਹੀਂ, ਇਹ ਪੱਛਮ ਨਾਲ ਬਦਲਾ ਲੈਣ ਦਾ ਜਾਂ ਫਿਰ ਪੂਰਬ ਦੇ ਵਿਰੁੱਧ ਪੱਛਮ ਦਾ ਵਿਰੋਧ ਕਰਨ ਦਾ ਨਹੀਂ ਹੈਗਾ, ਇਹ ਜਿਹੜਾ ਸਮਾਂ ਹੈਗਾ ਨਾ ਸੋਵਰਨ ਇਕੁਅਲ ਸਟੇਟਸ ਦੀ ਗੱਲ ਹੋਣੀ ਚਾਹੀਦੀ ਆ। ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਸਭ ਤੋਂ ਪਹਿਲਾਂ ਤੇ ਮੈਕਰੋਨ ਤਾਂ ਜੋ ਬਾਈਡਨ ਨੇ ਵੀ ਵੈਸੇ ਸਿਫਤ ਕੀਤੀ ਆ ਨਰਿੰਦਰ ਮੋਦੀ ਹੋਣਾ ਦੀ। ਹਾਂਜੀ। ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਇਹ ਗੱਲ ਕੀਤੀ ਕਿ ਜਦੋਂ ਸ਼ੰਘਾਈ ਗਰੁੱਪ ਮੀਟਿੰਗਸ ਕੀ ਉਜ਼ਬੈਕਿਸਤਾਨ ਦੇ ਵਿੱਚ, ਉਹਨਾਂ ਨੇ ਕਿਹਾ ਪਿਊਟਨ ਨੂੰ ਕਿ ਲੜਾਈ ਦਾ ਸਮਾਂ ਨਹੀਂ ਹੈ। ਹਾਂਜੀ। ਅੱਛਾ, ਦੂਸਰੀ ਗੱਲ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਉਹ ਤਾਂ ਗੱਲ ਦੀ ਸਲਾਹੁਣਾ ਕਰਦੇ ਆ, ਚੰਗੀ ਗੱਲ ਹੈ ਉਹ, ਕਿਉਂਕਿ ਤੁਹਾਨੂੰ ਉਹਨਾਂ ਦੀ ਲੋੜ ਹੈ ਚਾਈਨਾ ਦੇ ਖਿਲਾਫ। ਤੁਸੀਂ ਤੁਹਾਡੇ ਮੂੰਹ ਤੇ ਕਿਹੜੀ ਸ਼ਿਕਲੀ ਲਾਈ ਹੈ? ਹਾਂਜੀ। ਕੈਨੇਡਾ ਵਾਲੇ ਪੀਸ ਕੀਪਿੰਗ ਦਾ ਕਨਸੈਪਟ ਜਿਹੜਾ ਆ ਇਹਨਾਂ ਨੇ ਇਨਵੈਂਟ ਕੀਤਾ ਆ। UN ਨੂੰ ਇਹ ਕਲੇਮ ਵੀ ਕਰਦੇ ਕਿ ਦੇਖੋ ਪੀਸ ਕੀਪਿੰਗ ਅਸੀਂ ਦਿੱਤੀ ਆ ਇੱਕ ਕਨਸੈਪਟ ਦੇ ਤੌਰ ਤੇ, ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੂੰ ਐਕਚੁਅਲੀ ਨੋਬਲ ਲੋਰੀਏ ਦਾ ਪ੍ਰਾਈਜ਼ ਮਿਲਿਆ ਸੀ। ਹੁਣ ਕਦੇ ਤੁਸੀਂ ਵੈਸਟਰਨ ਨੇਸ਼ਨਸ ਦੇ ਸਾਰੇ ਜਿੰਨੇ ਹੈਡ ਆ, ਪ੍ਰਾਈਮ ਮਿਨਿਸਟਰ ਆ ਚਾਹੇ ਪ੍ਰੈਜ਼ੀਡੈਂਟ ਆ, ਉਹਨਾਂ ਦੇ ਮੂੰਹ ਤੋਂ ਕਦੇ ਸੁਣਿਆ ਸ਼ਬਦ ਸ਼ਾਂਤੀ? ਬਿਲਕੁਲ ਵੀ ਨਹੀਂ ਡਾਕਟਰ ਸਾਹਿਬ। ਅਮਨ ਸ਼ਾਂਤੀ ਦੀ ਕੋਈ ਗੱਲ ਨਹੀਂ ਕਦੇ ਵੀ ਕਿਸੇ ਨੇ ਕੀਤੀ। ਵੈਸੇ ਇਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਕਿ ਦੇਖੋ ਤੁਸੀਂ ਹਮਲਾ ਕੀਤਾ, ਇਹ ਗਲਤ ਆ, ਤੁਸੀਂ ਬੈਠ ਕੇ ਟੇਬਲ ਤੇ ਉੱਥੇ ਗੱਲ ਸਮਝਾਓ। ਹਾਂ ਠੀਕ ਹੈ, ਤੁਸੀਂ ਆਪਣੀ ਏਮ ਆ, ਤੁਹਾਡਾ ਆਪਣਾ ਆਬਜੈਕਟਿਵ ਆ ਕਿ ਰਸ਼ੀਆ ਕਮਜ਼ੋਰ ਹੋਵੇ। ਉਹਨਾਂ ਦੀ ਕਮਜ਼ੋਰੀ ਤਾਂ ਹੋਊਗੀ ਜੇ ਉਹ ਲੜਾਈ ਲੰਬੀ ਲੜਨਗੇ ਯੂਕਰੇਨ ਦੇ ਵਿੱਚ। ਪਰ ਯੂਕਰੇਨੀਅਨ ਬੰਦੇ ਆ ਜਿਹੜੇ ਮਰ ਰਹੇ ਆ ਇਸ ਵੇਲੇ। ਹਾਂਜੀ। ਉਹਦੇ ਵਿੱਚ ਜਿਹੜਾ ਨੁਕਸਾਨ ਸਭ ਤੋਂ ਵੱਧ ਹੁੰਦਾ ਉਹ ਯੂਕਰੇਨ ਦਾ ਹੁੰਦਾ। ਤੇ ਵੈਸਟਰਨ ਨੇਸ਼ਨਸ ਵਿੱਚੋਂ ਜਿਨ੍ਹਾਂ ਦੇ ਵਿੱਚੋਂ ਮੈਕਰੋਨ ਵੀ ਆਉਂਦੇ ਆ, ਸਾਡੇ ਪ੍ਰਾਈਮ ਮਿਨਿਸਟਰ ਵੀ ਆਉਂਦੇ ਆ, ਇਹਨਾਂ ਨੇ ਅੱਜ ਤਾਈਂ ਇੱਕ ਵਰਡ ਨਹੀਂ ਕਿਹਾ ਸ਼ਾਂਤੀ। ਬਿਲਕੁਲ ਨਹੀਂ। ਹਾਂ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਸਿਫਤ ਕੀਤੀ ਆ ਤੇ ਤੁਸੀਂ ਵੀ ਕਹਿ ਲਓ। ਹਾਂਜੀ। ਉਹਨਾਂ ਨੇ ਤਾਂ ਕਹਿਤਾ ਜੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਸਟੈਂਡ ਠੀਕ ਲਿਆ ਸੀ ਕਿ ਜੇ ਦੇਖੋ
ਅਸੀਂ ਸੈਂਕਸ਼ਨ ਨਹੀਂ ਲਾਉਣੇ। ਅਸੀਂ ਹਾਂ ਜੇ ਇਹਨਾਂ ਦੇ ਨਾਲ ਟ੍ਰੇਡ ਕਰਦੇ ਆ ਫਿਰ ਸਾਡੀ ਗੱਲ ਸੁਣਦੇ ਆ ਉਹ। ਹਾਂਜੀ, ਸਾਡੀ ਗੱਲ ਸੁਣਦੇ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਆ। ਉਹਨਾਂ ਨੇ ਪਬਲਿਕਲੀ ਵੀ ਇਹ ਗੱਲ ਕਹਿਤੀ ਕਿ ਲੜਾਈ ਕਰਨ ਦਾ ਸਮਾਂ ਨਹੀਂ ਆ। ਇਹ ਗੱਲ ਜਿਹੜੀ ਹੈ ਵੈਸਟਰਨ ਨੇਸ਼ਨਸ ਨੂੰ ਸਬਕ ਲੈਣ ਦੀ ਲੋੜ ਆ, ਸਿਫਤਾਂ ਕਰਨ ਦੀ ਲੋੜ ਨਹੀਂ ਆ। ਸਿਫਤ ਕੀਤੀ, ਬਹੁਤ ਧੰਨਵਾਦ ਤੁਹਾਡਾ, ਪਰ ਪ੍ਰੈਕਟੀਕਲੀ ਤੁਸੀਂ ਵੀ ਇਹੀ ਕਰੋ। ਜੀ ਦੇਖੋ ਡਾਕਟਰ ਸਾਹਿਬ, ਜਦੋਂ ਦੀ ਲੜਾਈ ਸ਼ੁਰੂ ਹੋਈ ਆ ਯੂਕਰੇਨ ਤੇ ਰੂਸ ਦੀ, ਆਪਣੇ ਪ੍ਰਧਾਨ ਮੰਤਰੀ ਨੇ ਹਮੇਸ਼ਾ ਇਹੀ ਕਿਹਾ ਕਿ ਅਸੀਂ ਹੋਰ ਮਿਲਟਰੀ ਸਹਾਇਤਾ ਭੇਜਾਂਗੇ, ਸੈਂਕਸ਼ਨ ਦੀ ਗੱਲ ਕੀਤੀ ਹੈਗੀ ਆ। ਕਿਤੇ ਵੀ ਇਹਨਾਂ ਨੇ ਇਹ ਨਹੀਂ ਗੱਲ ਕੀਤੀ ਵੀ ਬੈਠ ਕੇ ਉਹਨਾਂ ਨੂੰ ਆਪਸ ਦੇ ਵਿੱਚ ਗੱਲਬਾਤ ਕਰਕੇ ਮਸਲਾ ਸੁਲਝਾ ਲੈਣਾ ਚਾਹੀਦਾ। ਜਿਵੇਂ ਤੁਸੀਂ ਕਹਿੰਦੇ ਹੋ ਕਿ ਕਹਿੰਦੇ ਨੇ ਕਿ ਅਸੀਂ ਪੀਸ ਕੀਪਿੰਗ ਬਹੁਤ ਜ਼ਿਆਦਾ ਹੱਕ ਦੇ ਵਿੱਚ ਝੰਡੇ ਚੁੱਕਦੇ ਆ, ਬਸ ਇਹ ਗੱਲ ਹੀ ਕਰਦੇ ਆ, ਉਹਨੂੰ ਉਦਾਂ ਫੋਲੋ ਨਹੀਂ ਕਰਦੇ ਹੈਗੇ। ਹੁਣ ਦੇਖੋ ਨੇਟੋ ਦਾ ਮੈਂਬਰ ਤਾਂ ਟਰਕੀ ਵੀ ਹੈ। ਹਾਂਜੀ, ਉਹਨਾਂ ਨੇ ਕਿਹਾ ਕਿ ਸਾਡੀ ਫੋਰਨ ਪਾਲਿਸੀ ਦਾ ਆਬਜੈਕਟਿਵ ਇਹ ਆ ਕਿ ਦੋਹਾਂ ਦੇਸ਼ਾਂ ਦੇ ਵਿਚਕਾਰ ਸ਼ਾਂਤੀ ਹੋਣੀ ਚਾਹੀਦੀ ਹੈ। ਫਿਰ ਉਹਨਾਂ ਨੇ ਕਿਹਾ ਤੁਸੀਂ ਤਾਂ ਇੱਕ ਦੂਜੇ ਨੂੰ ਮਿਲ ਨਹੀਂ ਸਕਦੇ, ਉਹ ਕੀਵ ਨਹੀਂ ਜਾਂਦੇ, ਉਹ ਮਾਸਕੋ ਨਹੀਂ ਆਉਂਦੇ, ਸਾਡੇ ਆ ਜਾ ਕਰੋ। ਹਾਂਜੀ, ਔਰ ਉਹਨਾਂ ਨੇ ਕਈ ਸਮਝੌਤੇ ਕਰਾਏ ਵੀ ਆ ਛੋਟੇ ਛੋਟੇ। ਜੀ, ਅੱਜ ਤਾਈਂ ਵੀ ਉਹ ਸ਼ਾਂਤੀ ਲਈ ਖੜੇ ਆ। ਹਾਂਜੀ, ਤੁਸੀਂ ਦੇਖੋ ਅੱਜ 22 ਹੋ ਗਈ ਆ, ਹੋਰ 10 ਦਿਨਾਂ ਨੂੰ ਮਹਾਤਮਾ ਗਾਂਧੀ ਦਾ ਜਨਮ ਦਿਨ ਹੋਣਾ। ਹਾਂਜੀ, ਇਹ ਆਪਣੇ ਸਾਡੇ ਜਸਟਿਨ ਟਰੂਡੋ ਹਾਰ ਪਾਉਣ ਜਾਊਗਾ, ਕਿਸੇ ਨਾ ਕਿਸੇ ਬੁੱਤੇ ਮਹਾਤਮਾ ਗਾਂਧੀ ਤੇ ਸਟੇਟਮੈਂਟ ਦਊਗਾ, ਇਹਨੂੰ ਪੁੱਛੇ ਵੀ ਇਹ ਪਖੰਡ ਕਰਨ ਦੀ ਕੀ ਲੋੜ ਹੈ, ਜੇ ਤੂੰ ਕਦੇ ਸ਼ਾਂਤੀ ਸ਼ਬਦ ਯੂਜ਼ ਹੀ ਨਹੀਂ ਕੀਤਾ, ਉੱਥੇ ਲੜਾਈ ਹੋ ਰਹੀ। ਜੀ, ਉਹ ਵੈਸੇ ਹੀ ਡਰਾਮਾ ਕਰਨ ਲਈ ਕਰਨੇ ਆ। ਜੇ ਸ਼ਾਂਤੀ ਦੀ ਗੱਲ ਕਰਨੀ ਆ ਤਾਂ ਸ਼ਾਂਤੀ ਕਰਾਉਣ ਵਾਲਿਆਂ ਦੇ ਮੋਹਰੀ ਵੀ ਹੋ। ਜੀ, ਔਰ ਕੈਨੇਡਾ ਦਾ ਰੈਪੂਟੇਸ਼ਨ ਇਹ ਰਿਹਾ ਕਿ ਇਹਨਾਂ ਨੇ ਹਮੇਸ਼ਾ ਸ਼ਾਂਤੀ ਦੀ ਗੱਲ ਕੀਤੀ ਹੈ। ਹਾਂਜੀ, ਉਹ ਇੱਕ ਜ਼ਮਾਨੇ ਦੇ ਵਿੱਚ ਸੀ। ਹੁਣ ਠੀਕ ਹੈ, ਹੁਣ ਤੁਹਾਡਾ ਇਲੈਕਸ਼ਨ ਤੇ ਜ਼ਿਆਦਾ ਜ਼ੋਰ ਪਿਆ ਆ ਕਿ ਸਾਨੂੰ ਯੂਕਰੇਨੀਅਨ ਕੈਨੇਡੀਅਨਸ ਦੀਆਂ ਵੋਟਾਂ ਨਾ ਜਾਂਦੀਆਂ ਲੱਗਣ। ਹਾਂਜੀ, ਬਾਕੀ ਅਸੀਂ ਨੇਟੋ ਦੇ ਜਿਵੇਂ US ਵਾਲੇ ਕਹਿੰਦੇ ਉਸੇ ਤਰ੍ਹਾਂ ਕਰਾਂਗੇ, ਤੇ ਸ਼ਾਂਤੀ ਕਿੱਥੋਂ ਆਊਗੀ? ਜੀ ਬਿਲਕੁਲ, ਤੁਸੀਂ ਜੇ ਨਰਿੰਦਰ ਮੋਦੀ ਉਹਨਾਂ ਨੇ ਗੱਲ ਕੀਤੀ ਆ ਕਿ ਸ਼ਾਂਤੀ ਹੋਣੀ ਚਾਹੀਦੀ, ਇਹ ਲੜਾਈ ਦਾ ਸਮਾਂ ਨਹੀਂ ਹੈ। ਹਾਂਜੀ, ਵਧੀਆ ਗੱਲ ਹੈ। ਲੜਾਈ ਵਾਕਿਆ ਹੀ ਲੜਾਈ ਦੇ ਵਿੱਚੋਂ ਤੁਸੀਂ ਦੁਨੀਆ ਦੀਆਂ ਜਿੰਨੀਆਂ ਲੜਾਈਆਂ ਨੂੰ ਮਰਜ਼ੀ ਸਟੱਡੀ ਕਰ ਲਓ, ਅਖੀਰ ਨੂੰ ਉਹ ਸਾਰੇ ਹੀ ਬੰਦੇ ਇੱਕ ਟੇਬਲ ਤੇ ਬੈਠ ਕੇ ਉਹਨਾਂ ਨੇ ਸਮਝੌਤਾ ਕੀਤਾ। ਹਾਂਜੀ ਡਾਕਟਰ ਸਾਹਿਬ, ਜਿਹੜੀ ਵੀ ਲੜਾਈ ਹੋਈ ਹੈ ਉਹਦਾ ਐਂਡ ਇਦਾਂ ਹੀ ਹੋਇਆ ਸੀ। ਅੰਤਮ ਤੌਰ ਤੇ ਉਹਨਾਂ ਨੇ ਬੈਠ ਕੇ ਸਮਝੌਤੇ ਦੇ ਵਿੱਚ ਫੇਰ ਸ਼ਾਂਤੀ ਲਿਆਂਦੀ ਹੈ। ਜੇ ਪਹਿਲਾਂ ਹੀ ਉਹ ਕੰਮ ਕਰ ਲਓ ਤਾਂ ਫਿਰ ਲੜਨ ਦੀ ਲੋੜ ਹੀ ਨਹੀਂ। ਹਾਂਜੀ, ਡਿਪਲੋਮੈਟਿਕ ਸੋਲੂਸ਼ਨ ਜਿਹੜਾ ਆ ਉਹ ਸਾਰਿਆਂ ਨਾਲੋਂ ਵਧੀਆ ਸੋਲੂਸ਼ਨ ਹੈ। ਜੀ ਬਿਲਕੁਲ, ਤੇ ਇਹ ਲੈਸਨ ਵੱਡਾ ਸਾਡੇ ਪ੍ਰਾਈਮ ਮਿਨਿਸਟਰ ਨੂੰ ਵੀ ਹੈ, ਵੈਸਟਰਨ ਨੇਸ਼ਨਸ ਨੂੰ, ਸਾਰੀਆਂ ਨੂੰ। ਹਾਂਜੀ ਡਾਕਟਰ ਸਾਹਿਬ, ਹੁਣ ਇੱਕ ਨਿਊਜ਼ ਆਈ ਹੈਗੀ, ਇੱਕ ਰਿਪੋਰਟ ਆਈ ਆ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਈਡਨ ਪ੍ਰਸ਼ਾਸਨ ਦੇ ਅੰਡਰ ਸੈਂਟਰਲ ਅਮਰੀਕਨ ਜਿਹੜੇ ਬੱਚੇ ਆ ਉਹਨਾਂ ਲਈ ਜਿਹੜਾ US ਹਿਊਮੈਨਿਟੇਰੀਅਨ ਪ੍ਰੋਗਰਾਮ ਹੈਗਾ, ਇਹ ਕਾਫੀ ਜ਼ਿਆਦਾ ਸਲੋ ਚੱਲ ਰਿਹਾ, ਬਹੁਤ ਜ਼ਿਆਦਾ ਧੀਮੀ ਚਾਲ ਦੇ ਨਾਲ ਚੱਲ ਰਿਹਾ। ਇਸ ਰਿਪੋਰਟ ਬਾਰੇ ਡਿਟੇਲ 'ਚ ਆਪਣੇ ਸਰੋਤਿਆਂ ਨੂੰ ਦੱਸੋ। ਇਹ ਪ੍ਰੋਗਰਾਮ ਪਹਿਲਾਂ ਵੀ ਚੱਲਦਾ ਹੁੰਦਾ ਸੀ। 2017 ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਖਤਮ ਕਰਤਾ ਸੀ। ਪ੍ਰੋਗਰਾਮ ਹੈ ਕੀ ਹੈ ਕਿ ਜਿਹੜੇ ਰੈਫਿਊਜੀਜ਼ ਆਉਂਦੇ ਆ ਸੈਂਟਰਲ ਅਮਰੀਕਾ ਚੋਂ, ਖਾਸ ਤੌਰ ਤੇ ਐਲ ਸੈਲਵਾਡੋਰ ਤੋਂ, ਗੁਆਟੇਮਾਲਾ ਤੋਂ, ਇਹਨਾਂ ਨੂੰ ਇੱਥੇ ਆ ਜਾਂਦੇ ਆ, ਆਪਣੇ ਬੱਚੇ ਛੱਡ ਆਉਂਦੇ ਆ ਉੱਥੇ। ਉਹਨਾਂ ਦੇ ਆਪ ਖੁਦ ਪੇਰੈਂਟਸ ਜਾਂ ਉਹਨਾਂ ਦੇ ਗਾਰਡੀਅਨਸ ਜੇ ਉਹਨਾਂ ਬੱਚਿਆਂ ਨੂੰ ਇੱਥੇ ਅਮਰੀਕਾ ਦੇ ਵਿੱਚ ਸਪਾਂਸਰ ਕਰਨਾ ਚਾਹੁੰਦੇ ਸੀ ਉਹ ਕਰ ਸਕਦੇ ਸੀ। ਪਰ ਇਸ ਪ੍ਰੋਗਰਾਮ ਨੂੰ ਜਦੋਂ ਖਤਮ ਕੀਤਾ ਉਸ ਤੋਂ ਬਾਅਦ ਪਿਛਲੀ ਇਲੈਕਸ਼ਨ ਦੇ ਵਿੱਚ ਇਹ ਵੱਡਾ ਮੁੱਦਾ ਬਣਿਆ ਕਿ ਦੇਖੋ ਜੀ ਇਸ ਬੰਦੇ ਦੇ ਕੋਲ ਇਨਸਾਨੀਅਤ ਹੈ ਨਹੀਂ, ਡੋਨਲਡ ਟਰੰਪ ਦੇ ਕੋਲ। ਹਾਂਜੀ, ਕਿੰਨਾ ਗੈਰ ਇਨਸਾਨੀ ਬੰਦਾ ਹੈ। ਇਹਨੇ ਬੱਚਿਆਂ ਦੇ ਲੱਤਾਂ ਮਾਰੀਆਂ ਜਿਹੜੇ ਕਿ ਇੱਥੇ ਆ ਸਕਦੇ ਸੀ, ਜਿਹੜੇ ਚੰਗੀ ਜ਼ਿੰਦਗੀ ਜੀ ਸਕਦੇ ਸੀ। ਤੇ ਫਿਰ ਇਹਨਾਂ ਨੇ ਧੂਮਧਾਮ ਦੇ ਨਾਲ ਆਪਣਾ ਪ੍ਰੋਗਰਾਮ, ਉਹੀ ਪ੍ਰੋਗਰਾਮ ਸੀ, ਉਹਨੂੰ ਦੁਬਾਰਾ ਲਾਂਚ ਕੀਤਾ। ਤੇ ਅੱਜ ਉਹਦੀ ਰਿਪੋਰਟ ਇਹ ਆ, ਆਪਣੀ ਰਿਪੋਰਟ ਹੈ ਇਹਨਾਂ ਦੀ ਜੀ, ਕਿ ਉਹ ਇੰਨੀ ਸਲੋ ਚੱਲ ਰਿਹਾ ਜਿੱਦਾਂ ਆਪਣੇ ਕਹਿੰਦੇ ਨੇ ਕਛੂਆ ਚੱਲ ਰਿਹਾ। ਹਾਂਜੀ, ਤੇ ਉਹਨੇ ਰਿਜ਼ਲਟ ਹੀ ਨਹੀਂ ਕੋਈ ਦਿੱਤਾ। ਹਾਂਜੀ, ਲਾਂਚ ਤਾਂ ਕਰਤਾ ਪ੍ਰੋਗਰਾਮ ਉਹਨਾਂ ਨੇ ਜੀ। ਇਹ ਨਵੇਂ ਪ੍ਰੋਗਰਾਮ ਜਿਹੜੇ ਪਹਿਲਾਂ
ਡੋਨਲਡ ਟਰੰਪ ਵੇਲੇ ਇਹ ਨਿਖੇਧੀ ਕਰਦੇ ਹੁੰਦੇ ਸੀ ਕਿ ਇਹਨੇ ਇਨਸਾਨੀਅਤ ਨੇ ਖਾਲੀ ਇਹਦੇ ਵਿੱਚ ਆਹ ਹੋਣਾ ਚਾਹੀਦਾ ਜੀ, ਆਹ ਹੋਣਾ ਚਾਹੀਦਾ, ਉਹ ਹੋਏ ਨਹੀਂ। ਹੁਣ ਡਿਪੋਰਟ ਬੰਦਿਆਂ ਦੀ ਤੁਸੀਂ ਗਿਣਤੀ ਕਰਕੇ ਦੇਖ ਲਓ, ਇਹਨਾਂ ਦੇ ਵੀ ਉਨੇ ਹੀ ਡਿਪੋਰਟ ਚੱਲਦੇ ਆ, ਉਹਨਾਂ ਦੇ ਵੀ ਉਨੇ ਹੀ ਚੱਲਦੇ ਆ। ਜੀ ਡਾਕਟਰ ਸਾਹਿਬ, ਪਹਿਲਾਂ ਜਿਵੇਂ ਕਿਹਾ ਜਾਂਦਾ ਸੀਗਾ ਕਿ ਕਾਫੀ ਸਾਰੀਆਂ ਰੁਕਾਵਟਾਂ ਨੇ, ਉਹਦੇ ਚ ਲੰਬਾ ਇੰਤਜ਼ਾਰ ਹੈਗਾ, ਅਟਾਰਨੀਜ਼ ਦੇ ਵੱਲੋਂ ਸਹਾਇਤਾ ਨਹੀਂ ਕੀਤੀ ਜਾਂਦੀ, ਉਹ ਸਾਰੇ ਇਸ਼ੂਜ਼ ਉੱਥੇ ਦੇ ਉੱਥੇ ਹੀ ਨੇ। ਉਹੀ ਕਹਿੰਦੇ ਹੁੰਦੇ ਕਿ ਜਿਹੜਾ ਧੂਮ-ਧਾਮ ਦੇ ਨਾਲ ਸ਼ੁਰੂ ਕਰਨਾ ਪ੍ਰੋਗਰਾਮ, ਜਾਂ ਤੇ ਜਿੰਨੇ ਹੀ ਉਹਦੇ ਚ ਰਿਸੋਰਸਿਸ ਚਾਹੀਦੇ ਉਹ ਦਿਓ ਤਾਂ ਕਿ ਉਹ ਕਾਮਯਾਬ ਹੋਵੇ। ਹਾਂਜੀ, ਪਰ ਉਹਦੇ ਵੱਲ ਧਿਆਨ ਕੋਈ ਨਹੀਂ ਸੀ। ਉਹ ਸਿਰਫ ਇੱਕ ਇਹਨਾਂ ਲਈ ਸਿਆਸੀ ਇਸ਼ੂ ਸੀ ਕਿ ਸਾਡਾ ਓਪੋਨੈਂਟ ਜਿਹੜਾ ਆ ਉਹਨੇ ਖਤਮ ਕੀਤਾ, ਅਸੀਂ ਲੈ ਕੇ ਆਵਾਂਗੇ। ਹਾਂਜੀ, ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀ ਉਹੀ ਗੱਲਾਂ ਉਵੇਂ ਹੀ ਚੱਲ ਰਹੀਆਂ, ਬਸ ਪ੍ਰੈਜ਼ੀਡੈਂਟ ਦਾ ਨਾਮ ਬਦਲਿਆ। ਹਾਂਜੀ, ਇਹਨਾਂ ਨੇ ਯੂਨਿਟੀ ਲਿਆਉਣੀ ਸੀ, ਉਹੀ ਲੋਕੀ ਹੁਣ ਸੋਚਦੇ ਵੀ ਉਨੀ ਡਿਵਿਸਿਵਨੈਸ ਹੈ ਜਿੰਨੀ ਪਹਿਲਾਂ ਸੀ ਜੀ, ਔਰ ਸਭ ਤੋਂ ਜ਼ਿਆਦਾ ਖਤਰਨਾਕ ਹੋ ਰਹੀ ਹੈ। ਜੀ ਡਾਕਟਰ ਸਾਹਿਬ, ਸਗੋਂ ਜਿਹੜਾ ਇਹ ਪ੍ਰੋਗਰਾਮ ਹੈਗਾ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਸਲੋ ਡਾਊਨ ਹੋਇਆ, ਜਿੰਨਾ ਜਿਸ ਤਰੀਕੇ ਦੇ ਨਾਲ ਪਹਿਲਾਂ ਇਹਦੇ ਤੇ ਕੰਮ ਹੁੰਦਾ ਸੀ ਉਸ ਤਰੀਕੇ ਦੇ ਨਾਲ ਕੰਮ ਨਹੀਂ ਹੋ ਰਿਹਾ ਹੈਗਾ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਕੈਨੇਡੀਅਨ ਡਾਲਰ 2020 ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ ਤੇ ਡਿੱਗ ਚੁੱਕਾ ਤੇ ਮਾਹਰਾਂ ਨੂੰ ਇਸ ਸਾਲ ਦੇ ਅਖੀਰ ਤੱਕ ਹੋਰ ਵੀ ਗਿਰਾਵਟ ਦੀ ਸੰਭਾਵਨਾ ਜਿਹੜੀ ਹੈਗੀ ਆ ਉਹ ਨਜ਼ਰ ਆ ਰਹੀ ਆ। ਕੀ ਕਹਿਣਾ ਚਾਹੋਗੇ? ਕੈਨੇਡੀਅਨ ਡਾਲਰ ਅਗੇਂਸਟ ਅਮਰੀਕਨ ਡਾਲਰ, ਬਾਕੀ ਕਈ ਕਰੰਸੀ ਜਿਹੜੀਆਂ ਉਹ ਵੀ ਥੱਲੇ ਗਈਆਂ। ਇਹ ਯਾਦ ਰੱਖੋ ਕਿ ਅਸੀਂ ਜਦੋਂ ਕੰਪੇਅਰ ਕਰਦੇ ਹਾਂ ਯੂਐਸ ਦੇ ਡਾਲਰ ਨਾਲ ਕਰਦੇ ਹਾਂ। ਹਾਂਜੀ, ਯੂਐਸ ਦੇ ਡਾਲਰ ਨਾਲ ਬਹੁਤ ਸਾਰੀਆਂ ਦੁਨੀਆ ਦੀਆਂ ਕਰੰਸੀਜ਼ ਜਿਹੜੀਆਂ ਥੱਲੇ ਨੂੰ ਗਈਆਂ, ਇਹਨਾਂ ਦਾ ਡਾਲਰ ਜ਼ਿਆਦਾ ਉੱਪਰ ਨੂੰ ਗਿਆ। ਹੁਣ ਕੱਲ ਹੀ ਉਹਨਾਂ ਨੇ ਇੱਕ ਇੰਟਰਸਟ ਰੇਟ ਫੇਅਰ ਰੇਜ਼ ਕੀਤੇ ਆ 0.75%। ਹਾਂਜੀ, ਹੁਣ ਮੇਰਾ ਖਿਆਲ ਉਹਨਾਂ ਦਾ 3.25% ਤੇ ਚਲਾ ਗਿਆ। ਤੇ ਇਹ ਇੱਕ ਰੀਜ਼ਨ ਇਹ ਆ ਕਿ ਜੋ ਉਹਨਾਂ ਦੇ ਫੈਡਰਲ ਰਿਜ਼ਰਵ ਜਿਹੜਾ ਆ ਉਹ ਲਗਾਤਾਰ ਇੰਟਰਸਟ ਰੇਟ ਵਧਾ ਰਿਹਾ। ਦੁਨੀਆ ਦੇ ਵਿੱਚ ਜੇ ਕਿਸੇ ਨੇ ਸੇਫ ਸੁਰੱਖਿਅਤ ਜਗ੍ਹਾ ਤੇ ਹਾਈ ਇੰਟਰਸਟ ਲੈਣਾ ਹੋਵੇ ਤੇ ਉਹ ਇਸ ਵੇਲੇ ਯੂਐਸ ਦੀਆਂ ਬੈਂਕਸ ਦੇ ਵਿੱਚ ਪੈਸੇ ਲੈਂਦੇ ਆ। ਜਦੋਂ ਆਪਣੀ ਕਰੰਸੀ ਕਨਵਰਟ ਕਰਕੇ ਯੂਐਸ ਦਾ ਡਾਲਰ ਲੈਂਦੇ ਆ ਤਾਂ ਉਸ ਵੇਲੇ ਇਹ ਡਿਮਾਂਡ ਹੈ ਨਾ ਯੂਐਸ ਦੇ ਡਾਲਰ ਦੀ, ਤਾਂ ਉਸ ਵੇਲੇ ਇਹਦੀ ਕੀਮਤ ਉੱਪਰ ਨੂੰ ਜਾਂਦੀ ਹੈ। ਤਾਂ ਕੰਪੈਰੇਟਿਵਲੀ ਸਾਡੇ ਉਹ ਨਹੀਂ, ਸਾਡਾ ਡਾਲਰ ਨਹੀਂ ਖਰੀਦਦੇ ਉਹ। ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ। ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੀ ਮਿਨਿਸਟਰ ਆਫ ਸੀਨੀਅਰਜ਼ ਕਮਲ ਖਹਿਰਾ ਦੇ ਨਾਲ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਨਿਊ ਹੋਰਾਈਜ਼ਨ ਫॉर ਸੀਨੀਅਰਜ਼ ਪ੍ਰੋਗਰਾਮ ਦੇ ਬਾਰੇ। ਕਮਲ ਜੀ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਤੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿਨਿਸਟਰ, ਤੁਸੀਂ ਇੱਕ ਕਮਿਊਨਿਟੀ ਪ੍ਰੋਜੈਕਟਸ ਟੂ ਸਪੋਰਟ ਸੀਨੀਅਰਜ਼ ਨਾਂ ਦੀ ਇਹ ਪ੍ਰਪੋਜ਼ਲ ਦਿੱਤੀ ਹੈ ਅਗਲੇ ਸਾਲ ਲਈ। ਇਹਦੇ ਵਿੱਚ ਵੈਸੇ ਹੈ ਕੀ ਚੀਜ਼? ਜੀ ਦੱਸੋ। ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਪਹਿਲਾਂ ਆਪਣੇ ਬਜ਼ੁਰਗਾਂ ਦੀ ਸਿਹਤ, ਵੈਲਬੀਇੰਗ ਤੇ ਉਹਨਾਂ ਦੀ ਕੁਆਲਿਟੀ ਆਫ ਲਾਈਫ ਇੰਪਰੂਵ ਕਰਨਾ ਸਾਡੀ ਸਰਕਾਰ ਦੀ ਹਮੇਸ਼ਾ ਹੀ ਪ੍ਰਾਇੋਰਟੀ ਰਹੀ ਹੈਗੀ ਆ। ਤੇ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਆਪਾਂ ਜਿਹੜਾ ਨਿਊ ਹੋਰਾਈਜ਼ਨਸ ਫॉर ਸੀਨੀਅਰਜ਼ ਪ੍ਰੋਗਰਾਮ ਜਿਹੜਾ ਕਿ ਆਪਾਂ ਹਰੇਕ ਸਾਲ ਲਾਂਚ ਕਰਦੇ ਹੈਗੇ ਆ, ਇਹ ਆਪਾਂ ਕੱਲ ਲਾਂਚ ਕੀਤਾ। ਤੇ ਮੈਂ ਜਿੰਨੇ ਵੀ ਆਪਣੇ ਕਮਿਊਨਿਟੀ ਆਰਗੇਨਾਈਜੇਸ਼ਨਸ ਹੈਗੀਆਂ ਨੇ, particularly ਜਿਹੜੇ ਕਿ ਆਪਣੇ ਬਜ਼ੁਰਗਾਂ ਨਾਲ ਕੰਮ ਕਰਦੀਆਂ ਹੈਗੀਆਂ ਨੇ, ਉਹਨਾਂ ਨੂੰ ਹੋਪ ਕਰਦੀ ਹਾਂ ਕਿ ਤੁਸੀਂ ਉਹ ਅਪਲਾਈ ਕਰੋ ਕਿ ਜਿਹੜੀ ਫੰਡਿੰਗ ਅਨਾਉਂਸਮੈਂਟ ਹੈਗੀ ਆ ਉਹ ਨਵੰਬਰ 1 ਤੱਕ ਹੈਗੀ ਆ। ਜੀ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਤਾਂ ਅੰਦਰ ਹੈ ਕਿ ਇਹ ਅਪ ਟੂ $25,000 ਦੀ ਗ੍ਰਾਂਟਸ ਹੁੰਦੀਆਂ ਨੇ ਜਿਹੜੀ ਕਿ ਸਰਕਾਰ ਦਿੰਦੀ ਹੈਗੀ ਆ। ਤੇ ਆਪਾਂ ਨੈਸ਼ਨਲ ਪ੍ਰਾਇੋਰਟੀ ਸੈੱਟ ਕਰੀਆਂ ਹੈਗੀਆਂ ਨੇ। ਸੋ ਜਿਹੜੇ ਕਈ ਪ੍ਰੋਗਰਾਮ ਹੋ ਸਕਦੇ ਹੈਗੇ ਆ ਜਿਹੜੇ ਕਿ ਹੈਲਥੀ ਏਜਿੰਗ ਨੂੰ ਸਪੋਰਟ ਕਰਦੇ ਹੈਗੇ ਆ, ਐਡਰੈਸਿੰਗ ਸੋਸ਼ਲ ਆਈਸੋਲੇਸ਼ਨ ਔਰ ਸਪੋਰਟਿੰਗ ਡਿਜੀਟਲ ਲਿਟਰੇਸੀ ਫॉर ਸੀਨੀਅਰਜ਼, ਜਾਂ ਉਹ ਇਹੋ ਜਿਹੇ ਕੰਮ ਕਰ ਰਹੇ ਹੈਗੇ ਆ ਕਿ ਜਿਹੜੇ ਕਿ ਪ੍ਰੀਵੈਂਟ ਕਰਦੇ ਹੈਗੇ ਆ ਸੀਨੀਅਰਜ਼ ਅਬਿਊਜ਼। ਕਿ ਆਪਾਂ ਮੈਜਰਸ ਲੈ ਕੇ ਆਉਂਦੇ ਆ, ਜਿਵੇਂ ਆਪਾਂ ਰਿਡਿਊਸ ਕ੍ਰਾਈਮ ਕਰਨਾ ਹੈਗਾ ਆ ਐਂਡ ਹਾਰਮ ਅਗੇਂਸਟ ਸੀਨੀਅਰਜ਼ ਐਂਡ ਐਲਡਰ ਅਬਿਊਜ਼। ਤੇ ਤੀਜੀ ਹੈਗੀ ਆ ਜਿਹੜੀ ਕਿ ਬਹੁਤ ਹੀ ਇੰਪੋਰਟੈਂਟ ਹੈਗੀ ਆ, ਕਮਿਊਨਿਟੀਜ਼ ਲਾਈਕ ਸਰੀ ਐਂਡ BC ਐਂਡ ਅਦਰ ਪਾਰਟਸ, ਜਿਹੜੇ ਕਿ ਟੂ ਇਨਕਲੂਡ ਐਂਡ ਸੈਲੀਬ੍ਰੇਟ ਡਾਇਵਰਸਿਟੀ ਐਂਡ ਪ੍ਰਮੋਟਿੰਗ ਇਨਕਲੂਜਨ। ਸੋ ਇਹ ਕਾਫੀ ਇਹ ਨੈਸ਼ਨਲ ਪ੍ਰਾਇੋਰਟੀਜ਼ ਹੈਗੀਆਂ ਨੇ। ਹਰੇਕ ਸਾਲ ਥਾਊਜ਼ੈਂਡਸ ਆਫ ਐਪਲੀਕੇਸ਼ਨਸ
ਲੋਕੀ ਆਰਗੇਨਾਈਜੇਸ਼ਨ ਅਪਲਾਈ ਕਰਦੀਆਂ ਨੇ ਮੈਨੂੰ ਮੌਕਾ ਮਿਲਿਆ ਸੀਗਾ just recently this summer to visit some of those organizations in DC and they really do some amazing work so ਮੈਂ ਆਸ ਕਰਦੀ ਹੈਗੀ ਆ ਕਿ November 1st ਤੱਕ ਡੈਡਲਾਈਨ ਹੈਗੀ ਆ ਤੇ ਆਪਣੀ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਨੇ ਸੀਨੀਅਰ ਸਰਵਿੰਗ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹ ਇਹ ਫੰਡਿੰਗ ਲਈ ਜ਼ਰੂਰ ਅਪਲਾਈ ਕਰੇ ਇਹ ਜਿਹੜੀਆਂ ਐਗਜ਼ਿਸਟਿੰਗ ਆਰਗੇਨਾਈਜੇਸ਼ਨ ਉਹਨਾਂ ਲਈ ਆ ਜਾਂ ਨਵੀਆਂ ਆਰਗੇਨਾਈਜੇਸ਼ਨ ਦੇ ਵੀ ਜੀ ਇਹ ਨਵੀਆਂ ਵੀ ਬਿਗ ਔਰ ਸਮਾਲ ਆਰਗੇਨਾਈਜੇਸ਼ਨਸ ਜਿਹੜੀਆਂ ਪਹਿਲਾਂ ਵੀ ਹੈਗੀਆਂ ਆਰਗੇਨਾਈਜੇਸ਼ਨਸ ਦਿਸ ਪ੍ਰੋਗਰਾਮ ਇਜ਼ ਰੀਅਲੀ ਡਿਜ਼ਾਈਨਡ ਫॉर ਕੋਈ ਵੀ ਆਰਗੇਨਾਈਜੇਸ਼ਨ ਜੇ ਤੁਸੀਂ ਹੁਣੇ ਨਵੀਂ ਸਟਾਰਟ ਕੀਤੀ ਹੈਗੀ ਆ ਜਾਂ ਤੁਸੀਂ ਸੀਨੀਅਰਸ ਦੇ ਲਈ ਕੰਮ ਕਰ ਰਹੇ ਹੈਗੇ ਹੋ ਜਾਂ ਤੁਹਾਡਾ ਕੋਈ ਰੈਕੋਰਡ ਹੈਗਾ for many years it's open to everyone to apply because we really just look at the ਜਿਹੜੀ ਕਿ ਆਪਣੀ national priorities ਹੈਗੀਆਂ to make sure ਆਪਾਂ ਸੀਨੀਅਰਸ ਦੀ ਜ਼ਿੰਦਗੀ ਉਹਨਾਂ ਦੀ ਸਿਹਤ ਉਹਨਾਂ ਦੀ ਵੈਲਬੀਇੰਗ ਆਪਾਂ ਕਿਵੇਂ ਹੋਰ ਇੰਪਰੂਵ ਕਰ ਸਕਦੇ ਹੈਗੇ ਆ ਹੁਣ ਇੱਕ ਇਸ਼ੂ ਆਉਂਦੀ ਹੈ ਸਾਡੇ ਪੰਜਾਬੀ ਸੀਨੀਅਰਸ ਲਈ ਉਹਨਾਂ ਲਈ ਸੀਨੀਅਰਸ ਦੇ ਇਕੱਲੇ ਘਰ ਜਿੱਥੇ ਸਟਾਫ ਪੰਜਾਬੀ ਸਮਝਦਾ ਹੋਵੇ ਉਹਦੀ ਜ਼ਰੂਰਤ ਆ ਉਹਨਾਂ ਨੂੰ ਜਾਂ ਘਰਾਂ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਨ ਲਈ ਕੁਝ ਜ਼ਰੂਰਤ ਆ ਕੋਈ ਉਹਨਾਂ ਦੀ ਸਹਾਇਤਾ ਹੋ ਸਕੇ ਇਸ ਪ੍ਰੋਜੈਕਟ ਦੇ ਵਿੱਚ ਹੈ ਕੁਝ ਇਹਦੇ ਬਾਰੇ ਜੀ ਬਿਲਕੁਲ ਜਿਵੇਂ ਮੈਂ ਦੱਸਿਆ ਹੈਗਾ ਇਹ ਆਰਗੇਨਾਈਜੇਸ਼ਨ ਜਿਹੜੇ ਕਿ ਸਾਡੇ 4 ਪਿਲਰਸ ਹੈਗੇ ਆ ਇੱਕ ਤਾਂ ਹੈਗਾ ਸਪੋਰਟਿੰਗ ਹੈਲਥੀ ਏਜਿੰਗ ਦੂਜੀ ਹੈਗੀ ਆ ਪ੍ਰੀਵੈਂਟਿੰਗ ਸੀਨੀਅਰਸ ਅਬਿਊਜ਼ ਤੀਜਾ ਹੈਗਾ ਆ ਟੂ ਸੈਲੀਬ੍ਰੇਟ ਡਾਇਵਰਸਿਟੀ ਐਂਡ ਪ੍ਰਮੋਟਿੰਗ ਇਨਕਲੂਜਨ ਇਹ ਪ੍ਰੀਸਾਈਸਲੀ ਹੈਗਾ ਆ ਆਪਣੇ ਕਲਚਰਲੀ ਅਪਰੋਪਰੀਏਟ ਕੇਅਰ ਜਿਹੜੀ ਕਿ ਆਰਗੇਨਾਈਜੇਸ਼ਨਸ ਦਿੰਦੀਆਂ ਨੇ ਜਾਂ ਆਪਣੇ ਜਿਵੇਂ ਲੋ ਇਨਕਮ ਸੀਨੀਅਰਸ ਹੋ ਗਏ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਸੀਨੀਅਰਸ ਹੈਗੇ ਜਿਹੜੇ ਉਹਨਾਂ ਦੀ ਮੰਗਾਂ ਹੈਗੀਆਂ ਔਰ ਜਿਹੜੇ ਕਿ ਅਦਰ ਰੇਸ਼ਲਾਈਜ਼ਡ ਨਿਊ ਕਮਰ ਗਰੁੱਪਸ ਹੈਗੇ ਆ ਜਦ ਮੈਂ ਹੁਣ DC ਚ ਸੀਗੀ ਜਸਟ few weeks ago actually ਤੇ ਮੈਨੂੰ ਕਾਫੀ ਮੌਕਾ ਮਿਲਿਆ ਜੇ ਥੋੜੀ ਸਟੱਡੀ ਡੈਲਟਾ ਇੰਡੋ ਕੈਨੇਡੀਅਨ ਸੀਨੀਅਰਸ ਹੈਗੇ ਨੇ ਜਾਂ ਜਿਹੜੀ ਹਿੰਦੂ ਸੁਸਾਇਟੀ ਹੈਗੀ ਆ ਸੀਨੀਅਰਸ ਕਲੱਬ ਦੇ ਜਿਹੜੀ ਔਰ ਨਾਲ ਜਿਹੜੀ ਸਿੱਖ ਸੁਸਾਇਟੀ ਹੈਗੀ ਆ ਦੇ ਆਲ ਟੇਕ ਪਾਰਟ ਇਹ ਇਹਨਾਂ ਨੂੰ ਪਹਿਲਾਂ ਵੀ ਗ੍ਰਾਂਟਸ ਮਿਲ ਚੁੱਕੀਆਂ ਨੇ ਐਂਡ ਆਈ ਹੋਪ ਦੇ ਹੈਵ ਆਲ ਆਫ ਦਮ ਐਂਡ ਅਦਰ ਆਰਗੇਨਾਈਜੇਸ਼ਨਸ ਆਲਸੋ ਅਪਲਾਈ ਕਿ ਆਪਣੇ ਸੀਨੀਅਰਸ ਨੂੰ ਪਾਰਟਿਕੂਲਰਲੀ ਜਿਹੜੇ ਆਪਣੇ ਸਾਊਥ ਏਸ਼ੀਅਨ ਸੀਨੀਅਰਸ ਹੈਗੇ ਆ ਬਜ਼ੁਰਗ ਹੈਗੇ ਆ ਉਹਨਾਂ ਨੂੰ ਉਹ ਸਪੋਰਟ ਮਿਲ ਸਕੇ ਕਿਉਂਕਿ ਆਪਾਂ ਪਤਾ ਹੈਗਾ ਆ doesn't matter ਤੁਸੀਂ ਕਿਹੜੀ ਜਗ੍ਹਾ 'ਚ ਰਹਿੰਦੇ ਹੋ ਕੈਨੇਡਾ ਅੰਦਰ it's very different and very diverse which is truly our strength but this program is designed to make sure ਆਪਾਂ ਹਰੇਕ ਸੀਨੀਅਰਸ ਦੀ depending on ਤੁਸੀਂ ਕਿੱਥੇ ਰਹਿ ਰਹੇ ਹੋਗੇ ਉਹ ਨੀਡਸ ਪੂਰੀਆਂ ਹੋਣ ਹੁਣ ਕਈ ਸੀਨੀਅਰਸ ਆਉਂਦੇ ਆ ਤੇ ਉਹਨਾਂ ਦੇ ਕਈ ਹੋਰ ਜਿੱਦਾਂ ਸਰੀ ਦੇ ਵਿੱਚ ਤਾਂ ਸਾਡੇ ਹੈ ਨੇ ਸੀਨੀਅਰ ਸਿਟੀਜ਼ਨ ਦੇ ਬੈਠਣ ਉੱਠਣ ਲਈ ਪਰ ਕਈ ਹੋਰ ਸਿਟੀਜ਼ ਦੇ ਵਿੱਚ ਖਾਸ ਤੌਰ ਤੇ ਛੋਟੀਆਂ ਸਿਟੀਜ਼ ਦੇ ਵਿੱਚ ਉਹਨਾਂ ਦੇ ਕੋਈ ਬੈਠਣ ਉੱਠਣ ਦਾ ਇੰਤਜ਼ਾਮ ਹੁੰਦਾ ਨਹੀਂ ਇਦਾਂ ਦਾ ਪ੍ਰੋਜੈਕਟ ਵੀ ਕੋਈ ਹੈ ਇਹਨਾਂ ਦੇ ਜੀ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਜੋ ਕਮਿਊਨਿਟੀ ਸੈਂਟਰਸ ਜਾਂ ਹੋਰ ਇਹ ਕਾਫੀ ਮਿਊਨਿਸਪੈਲਿਟੀਜ਼ ਦੇ ਅੰਦਰ ਆਉਂਦੀਆਂ ਨੇ ਜੁਰਿਸਡਿਕਸ਼ਨ ਸਾਡੀ ਸਰਕਾਰ ਦਾ ਇਹ ਹੈ ਕਿ ਆਪਾਂ ਮਿਊਨਿਸਪੈਲਿਟੀਜ਼ ਦੇ ਅੰਦਰ ਜਾਂ ਆਪਣੀ ਸੀਨੀਅਰ ਆਰਗੇਨਾਈਜੇਸ਼ਨ ਜਿਹੜੇ ਕਿ ਗਰਾਊਂਡ ਤੇ ਕੰਮ ਕਰ ਰਹੇ ਹੈਗੇ ਆ ਸੀਨੀਅਰਸ ਦੇ ਨਾਲ ਕੰਮ ਕਰ ਰਹੇ ਹੈਗੇ ਆ ਉਹ ਅਪਲਾਈ ਕਰ ਸਕਦੇ ਹੈਗੇ ਆ ਸੋ ਲੈਟਸ ਸੇ ਕਿ ਕਿਸੇ ਨੂੰ ਕੋਈ ਆਰਗੇਨਾਈਜੇਸ਼ਨ ਕੰਮ ਕਰ ਰਹੀ ਹੈਗੀ ਆ ਤੇ ਉਹਨਾਂ ਨੂੰ ਫੰਡਿੰਗ ਚਾਹੀਦੀ ਹੈਗੀ ਆ for iPads for digital literacy for seniors ਉਹਨਾਂ ਨੂੰ ਸਿਖਾਉਣ ਲਈ ਕਿ ਤੁਸੀਂ ਕਿਵੇਂ ਆਪਣੇ whether it's ਤੁਹਾਡੇ grandchildren ਨਾਲ ਤੁਸੀਂ ਉਹ ਕਿਵੇਂ ਸਿੱਖ ਸਕਦੇ ਹੈਗੇ ਹੋ ਟੈਕਨੋਲੋਜੀ ਚਲਾਉਣੀ ਰਾਈਟ ਤੇ ਆਪਣੇ ਆਪ ਨੂੰ ਥੋੜਾ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਦੇਖਣਾ ਇਹ ਸਭ ਮੈਜਰਸ ਉਹ ਅਪਲਾਈ ਕਰ ਸਕਦੇ ਹੈਗੇ ਇਹਦੇ ਲਈ ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੈਗੇ that truly falls under the municipalities but we're always happy to work with provinces and municipalities to see ਕਿ ਕਿਹੜੀਆਂ ਗੈਪਸ ਹੈਗੀਆਂ ਨੇ to make sure ਆਪਣੇ ਸੀਨੀਅਰਸ ਆਪਣੇ ਬਜ਼ੁਰਗ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਅੰਦਰ particularly ਜਿਹੜੇ ਤੁਸੀਂ ਜਿਹਨਾਂ ਦੀ ਗੱਲ ਕਰ ਰਹੇ ਹੈਗੇ we can support them ਹੁਣ ਤੁਸੀਂ ਇੱਕ ਏਮ ਹੈ ਕਿ ਪ੍ਰੀਵੈਂਟ ਐਲਡਰ ਅਬਿਊਜ਼ ਇਹਦੇ ਵਿੱਚ ਸੀਨੀਅਰਸ ਦੇ ਨਾਲ ਕਾਫੀ ਧੱਕਾ ਹੁੰਦਾ ਕਾਫੀ ਅਬਿਊਜ਼ ਹੁੰਦਾ ਉਹਨਾਂ ਦਾ ਮਾਨਸਿਕ ਤੌਰ ਤੇ ਜ਼ਿਆਦਾ ਹੁੰਦਾ ਕਈਆਂ ਦਾ ਫਿਜ਼ੀਕਲ ਵੀ ਹੁੰਦਾ ਕੀ ਇਹਦੇ ਲਈ ਕੋਈ ਕ੍ਰਿਮੀਨਲ ਕੋਡ ਦੇ ਵਿੱਚ ਚੇਂਜਸ ਲਿਆਉਣੀਆਂ ਸਰਕਾਰ ਦਾ ਹੈ ਮੁੱਦਾ ਜੀ ਬਿਲਕੁਲ ਤੁਸੀਂ ਇਹ ਬਹੁਤ ਹੀ ਇੰਪੋਰਟੈਂਟ ਤੇ ਗੱਲ ਕੀਤੀ ਕਿਉਂਕਿ elder abuse of any form ਇਹ ਬਿਲਕੁਲ ਹੀ unacceptable ਹੈਗਾ ਆ ਆਪਾਂ ਜਾਣਦੇ ਹਾਂ ਬਜ਼ੁਰਗਾਂ ਨੂੰ we have to make sure ਕਿ we all have a role to play ਤੇ ਸਾਡੀ ਸਰਕਾਰ ਨੇ ਹੁਣੇ ਅਸੀਂ ਮੈਂਡੇਟ ਲੈਟਰ ਜਿਹੜਾ ਮੈਨੂੰ ਪ੍ਰਾਈਮ ਮਿਨਿਸਟਰ ਨੇ ਦਿੱਤਾ ਹੈਗਾ ਆ ਉਹਦੇ ਅੰਦਰ ਕਲੀਅਰ ਇੰਡੀਕੇਸ਼ਨ ਹੈਗੇ ਆ ਟੂ ਵਰਕ ਵਿਦ ਦ ਮਿਨਿਸਟਰ ਆਫ ਜਸਟਿਸ ਜਿਹੜਾ ਕਿ ਮੈਂ ਕਰੂੰਗੀ ਟੂ ਮੇਕ ਸ਼ੋਰ ਆਪਾਂ ਅਮੈਂਡਮੈਂਟ ਲੈ ਕੇ ਆਈਏ ਕ੍ਰਿਮੀਨਲ ਕੋਡ ਦੇ ਅੰਦਰ ਕਿ ਐਲਡਰ ਅਬਿਊਜ਼ ਦਾ ਮਤਲਬ ਕੀ ਹੈਗਾ ਆ ਤੇ ਉਹਦੇ ਕੀ ਅੱਗੇ consequences ਹੋ ਸਕਦੇ ਹੈਗੇ ਸੋ that work is ongoing and we will have more to
share very soon. ਮਿਨਿਸਟਰ ਕੋਈ ਆਖਰੀ ਵਰਡ? ਜੀ ਬਸ ਆਹੀ ਕਹਿਣਾ ਚਾਹੂੰਗੀ ਕਿਉਂਕਿ ਜਿਹੜਾ ਇਹ ਨਿਊ ਹੋਰਾਈਜ਼ਨਸ ਫॉर ਸੀਨੀਅਰਸ ਪ੍ਰੋਗਰਾਮ ਹੈਗਾ ਆ ਇਹ ਬਹੁਤ ਹੀ ਪਪੂਲਰ ਪ੍ਰੋਗਰਾਮ ਹੈਗਾ ਆ ਮੈਂ ਜਦ ਵੀ ਜਾ ਕੇ ਆਰਗੇਨਾਈਜੇਸ਼ਨਸ ਨੂੰ ਮਿਲਦੀ ਹੈਗੀ ਆ ਆਈ ਨੋ ਦ ਰੀਅਲ ਇੰਪੈਕਟ ਇਟ ਮੇਕਸ ਫॉर ਸੀਨੀਅਰਸ ਸੋ ਮੈਂ ਆਹੀ ਆਸ ਕਰਦੀ ਹੈਗੀ ਆ November 1st ਤੱਕ ਡੈਡਲਾਈਨ ਹੈਗੀ ਆ ਆਰਗੇਨਾਈਜੇਸ਼ਨਸ ਲਈ ਜਿਹੜੀ ਕਿ ਸੀਨੀਅਰ ਸਰਵਿੰਗ ਆਰਗੇਨਾਈਜੇਸ਼ਨਸ ਹੈਗੀਆਂ ਪਲੀਜ਼ ਅਪਲਾਈ ਕਰੋ it's up to $25,000 ਕੋਈ ਛੋਟੀ ਜਾਂ ਵੱਡੀ ਵੀ ਆਰਗੇਨਾਈਜੇਸ਼ਨ ਹੈਗੀ ਆ ਤੁਸੀਂ ਅਪਲਾਈ ਕਰ ਸਕਦੇ ਹੈਗੇ ਆ ਤੇ ਜੇ ਤੁਸੀਂ ਮੋਰ ਇਨਫੋਰਮੇਸ਼ਨ ਲਈ ਆਪਣੀ ਨਿਊ ਹੋਰਾਈਜ਼ਨਸ ਫॉर ਸੀਨੀਅਰਸ ਵੈਬਸਾਈਟ ਹੈਗੀ ਆ canada.ca ਤੇ ਜਾ ਕੇ ਤੁਸੀਂ ਉੱਥੇ ਲੈ ਕੇ ਦੇ ਸਕਦੇ ਹੈਗੇ ਹੋ ਐਂਡ ਹੈਵ instructions ਜਾਂ ਤੁਸੀਂ ਸਰਵਿਸ ਆਪਣੇ ਲੋਕਲ ਸਰਵਿਸ ਕੈਨੇਡਾ ਸੈਂਟਰ ਜਾ ਕੇ ਵੀ ਪੁੱਛ ਸਕਦੇ ਹੈਗੇ ਹੋ on how to apply for this funding for next year. ਮਿਨਿਸਟਰ ਤੁਹਾਡਾ ਬਹੁਤ ਸ਼ੁਕਰੀਆ. ਥੈਂਕ ਯੂ ਜੀ. ਸਤਿ ਸ਼੍ਰੀ ਅਕਾਲ. ਬ੍ਰੇਕ ਤੋਂ ਪਹਿਲਾਂ ਤੁਹਾਡੀ ਗੱਲਬਾਤ ਕਰਵਾ ਰਹੇ ਸੀ ਮਿਨਿਸਟਰ ਆਫ ਸੀਨੀਅਰਜ਼ ਕਮਲ ਖਹਿਰਾ ਜੀ ਦੇ ਨਾਲ, ਪਰ ਉਸ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਕਿ US ਡਾਲਰ ਦੇ ਮੁਕਾਬਲੇ ਜਿਹੜਾ ਕੈਨੇਡੀਅਨ ਡਾਲਰ ਹੈਗਾ 2020 ਤੋਂ ਬਾਅਦ ਇਹ ਸਭ ਤੋਂ ਹੇਠਲੇ ਪੱਧਰ ਤੇ ਖਿਸਕ ਗਿਆ. ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਅਸੀਂ ਪਹਿਲੀ ਗੱਲ ਕੀਤੀ ਸੀ ਕਿ ਦੇਖੋ ਜਿਹੜੀ ਅੱਜ ਕੱਲ ਕਰੰਸੀ ਹੈ ਇਹ ਚੱਲਦੀ ਹੈ ਸਪਲਾਈ ਐਂਡ ਡਿਮਾਂਡ ਦੇ. ਜਦੋਂ ਇੰਟਰਨੈਸ਼ਨਲੀ ਸਾਡੇ ਡਾਲਰ ਦੀ ਡਿਮਾਂਡ ਜ਼ਿਆਦਾ ਹੋਣੀ ਹੈ ਉਦੋਂ ਤਾਂ ਡਾਲਰ ਤਾਂ ਜਾਣਾ, ਜਦੋਂ ਡਿਮਾਂਡ ਘਟ ਜਾਂਦੀ ਹੈ ਉਦੋਂ ਥੱਲੇ ਜਾਣਾ. ਹਾਂਜੀ. ਇੱਕ ਤਾਂ ਸਿੰਪਲ ਇਸ਼ੂਜ਼ ਅਸੀਂ ਕਹਿੰਦੇ ਕਿ US ਦੇ ਵਿੱਚ ਇੰਟਰਸਟ ਰੇਟ ਵਧੀ ਜਾਂਦੇ ਆ ਤੇ ਜੇ ਸੇਵਿੰਗ ਲਈ ਲੋਕੀ ਡਿਪੋਜ਼ਿਟ ਰੱਖਣਾ ਚਾਹੁੰਦੇ US ਡਾਲਰ ਦੇ ਵਿੱਚ ਸੇਫ ਕਰੰਸੀ ਹੈ ਉਹ ਸਾਡੇ ਵਾਂਗੂ ਫਲਕਚੁਏਟ ਨਹੀਂ ਜ਼ਿਆਦਾ ਕਰਦੀ. ਤੇ ਦੂਸਰੀ ਵੱਡੀ ਗੱਲ ਹੈ ਕਿ ਉਹ ਇੰਟਰਸਟ ਰੇਟ ਵੈਸੇ ਤਾਂ ਅਸੀਂ ਵੀ ਉਹਨਾਂ ਨੂੰ ਫਾਲੋ ਕਰਦੇ ਹਾਂ ਤੇ ਇਸ ਵੇਲੇ ਉਹਨਾਂ ਨੂੰ ਲੱਗਦਾ ਦੁਨੀਆ ਭਰ ਦੇ ਵਿੱਚ ਵੀ ਠੀਕ ਹੈ ਇਹਨਾਂ ਦਾ ਇੰਟਰਸਟ ਰੇਟ. ਤੇ ਦੂਸਰੀ ਵੱਡੀ ਗੱਲ ਹੈਗੀ ਹੈ ਅਸੀਂ ਇੱਕ ਟ੍ਰੇਡਿੰਗ ਨੇਸ਼ਨ ਹੈ ਕੈਨੇਡਾ. ਟ੍ਰੇਡਿੰਗ ਨੇਸ਼ਨ ਮਤਲਬ ਅਸੀਂ ਵਪਾਰ ਦੇ ਸਿਰ ਤੇ ਜੀਨੇ. ਵਪਾਰ ਦੇ ਸਿਰ ਤੇ ਜਿਹੜਾ ਦੇਸ਼ ਜੀਂਦਾ ਹੈ ਵੈਸੇ ਉਸ ਦੇਸ਼ ਨੂੰ ਅਮਨ ਸ਼ਾਂਤੀ ਲਈ ਕੰਮ ਕਰਨਾ ਚਾਹੀਦਾ ਜੀ. ਹੁਣ ਚਾਈਨਾ ਦੇ ਜਿਹੜੀ ਇਸ਼ੂ ਆਈ ਸੀ ਇੰਟਰਨੈਸ਼ਨਲੀ ਯੂਕਰੇਨ ਰਸ਼ੀਆ ਦੀ ਲੜਾਈ ਲੱਗ ਰਹੀ ਆ ਉਹਦੇ ਨਾਲ ਟ੍ਰੇਡ ਰੂਟਸ ਜਿਹੜੇ ਡਿਸਰਪਟ ਹੁੰਦੇ ਆ ਉਹਦਾ ਅਸਰ ਸਾਡੇ ਡਾਲਰ ਤੇ ਪੈਂਦਾ. ਤੇ ਤੀਸਰੀ ਵੱਡੀ ਗੱਲ ਹੈਗੀ ਆ ਕਿ ਸਾਡੇ ਕੋਲ ਜਿਹੜੇ ਰॉ ਮਟੀਰੀਅਲ ਅਸੀਂ ਭੇਜਦੇ ਆ ਅਸੀਂ ਵੈਸਟਰਨ ਯੂਰਪ ਵਾਂਗੂ ਨਹੀਂ ਕਰਦੇ ਕਿ ਉਹ ਉੱਥੇ ਇੰਜੀਨੀਅਰਡ ਚੀਜ਼ਾਂ ਭੇਜਦੇ ਦੂਸਰੇ ਦੇਸ਼ਾਂ ਨੂੰ ਜਿਹੜੀਆਂ ਕਿ ਹਾਈ ਟੈਕ ਹੁੰਦੀਆਂ. ਈਵਨ ਤਾਈਵਾਨ ਵਰਗੇ ਜਿੱਦਾਂ ਸੈਮੀ ਕੰਡਕਟਰ ਭੇਜਦੇ ਆ ਅਸੀਂ ਉਹਨਾਂ ਦੇ ਮੁਕਾਬਲੇ ਉਹਨਾਂ ਦੇਸ਼ਾਂ ਦੇ ਵਿੱਚ ਆ ਜਿੱਦਾਂ ਅਫਰੀਕਾ ਵਾਲੇ ਹੋਏ ਬਹੁਤੇ ਦੇਸ਼ ਏਸ਼ੀਆ ਦੇ ਹੋਏ ਲੈਟਨ ਅਮਰੀਕਾ ਦੇ ਹੋਏ ਜਿਹੜੇ ਰॉ ਮਟੀਰੀਅਲ ਭੇਜਦੇ ਕੋਲਾ ਕੱਢਿਆ ਬਾਹਰ ਭੇਜਿਆ ਦਰਖਤ ਕੱਟਿਆ ਏਦਾਂ ਹੀ ਭੇਜ ਦਿੱਤਾ. ਸਾਡੇ ਕੋਲ ਮੈਨੂਫੈਕਚਰਿੰਗ ਬਹੁਤ ਘੱਟ ਹੈ ਔਰ ਜਿਹੜੀਆਂ ਸਾਡੇ ਕੋਲ ਦੋ ਵੱਡੀਆਂ ਚੀਜ਼ਾਂ ਨੇ ਉਹ ਤੇ ਹੈਗੀਆਂ ਪੋਲਿਟਿਕਸ ਜੀ. ਦੋ ਵੱਡੀਆਂ ਚੀਜ਼ਾਂ ਸਾਡੇ ਤੋਂ ਹੈਗਾ ਆਇਲ ਹਾਂਜੀ ਤੇ ਗੈਸ. ਆਇਲ ਤੇ ਗੈਸ ਤੇ ਚੱਲਦੀ ਆ ਪੋਲਿਟਿਕਸ. ਹੁਣ ਪਿੱਛੇ ਜਿਹਾ ਆਇਆ ਸੀ ਇੱਥੇ ਜਰਮਨੀ ਦਾ ਚਾਂਸਲਰ ਉਹ ਸਿਰਫ ਗੈਸ ਮੰਗਣ ਆਏ ਸੀ ਉਹਨਾਂ ਨੂੰ ਗੈਸ ਦਿੱਤਾ ਨਹੀਂ ਹਾਂਜੀ. ਇਸ ਗੱਲ ਤੋਂ ਡਰਦੇ ਕਿ ਜਸਟਨ ਟਰੂਡੋ ਨੂੰ ਪਤਾ ਹੈ ਕਿ ਜਿੰਨੀ ਪਰਸੈਂਟੇਜ ਜਿਹੜੀ এনवायरमेंटल ਲੌਬੀ ਦੇ ਜਿਹੜੀ ਵੋਟਰਸ ਆ ਉਹ ਪਾਉਂਦੇ ਆ ਉਹਦੇ ਨਾਲ ਇਹਨਾਂ ਦੀਆਂ ਬਹੁਤੀਆਂ ਸੀਟਾਂ ਜਿੱਤ ਹੁੰਦੀਆਂ. ਜੇ ਉਹ ਇਹਨਾਂ ਦੇ ਖਿਲਾਫ ਪਾਤੀ ਤਾਂ ਇਹਨਾਂ ਦੀਆਂ ਉਹ ਸੀਟਾਂ ਜਾਂਦੀਆਂ ਲੱਗਣੀਆਂ ਹਾਂਜੀ. ਸੋ ਉਹਦੇ ਵਿੱਚ ਸਿਆਸਤ ਜ਼ਿਆਦਾ ਆ. ਜੇ ਜੋ ਕੁਝ ਤੁਹਾਡੇ ਤੋਂ ਸਭ ਤੋਂ ਜ਼ਿਆਦਾ ਆ ਜਿਵੇਂ ਗੈਸ ਤੇ ਆਇਲ ਸਾਡੇ ਤੋਂ ਬਹੁਤ ਜ਼ਿਆਦਾ ਜੇ ਅਸੀਂ ਨਹੀਂ ਐਕਸਪੋਰਟ ਕਰਦੇ ਉਹਨੂੰ ਤਾਂ ਉਹਦੇ ਨਾਲ ਸਾਡੇ ਡਾਲਰ ਦੀ ਮੰਗ ਘਟਦੀ ਆ ਹਾਂਜੀ. ਜੇ ਅਸੀਂ ਭੇਜਦੇ ਉਹਨਾਂ ਨੂੰ ਤੇ ਕਮ ਸੇ ਕਮ ਜਰਮਨੀ ਵਾਲਿਆਂ ਨੇ ਰਿਕੁਐਸਟ ਕੀਤੀ ਸੀ ਹੋਰ ਮੁਲਕਾਂ ਨੇ ਵੀ ਰਿਕੁਐਸਟ ਕਰਨੀ ਸੀ ਉਹਨਾਂ ਨੇ ਸਾਡਾ ਗੈਸ ਖਰੀਦਣਾ ਸੀ ਉਹਦੇ ਪੈਸੇ ਦੇਣੇ ਸੀ ਡਾਲਰ ਸਾਡਾ ਖਰੀਦਣਾ ਸੀ ਡਾਲਰ ਤਾਂ ਨੂੰ ਜਾਣਾ ਸੀ. ਸੋ ਨੰਬਰ ਆਫ ਫੈਕਟਰਸ ਆ ਜਿਨ੍ਹਾਂ ਦਾ ਕਰਕੇ ਕੈਨੇਡੀਅਨ ਡਾਲਰ ਜਿਹੜਾ ਥੱਲੇ ਨੂੰ ਜਾ ਰਿਹਾ ਜੀ. ਡਾਕਟਰ ਸਾਹਿਬ ਬਿਲਕੁਲ ਤੁਸੀਂ ਸਹੀ ਕਿਹਾ ਕਾਫੀ ਸਾਰੇ ਫੈਕਟਰਸ ਹੈਗੇ ਆ ਤੇ ਹੁਣ ਸਮਾਂ ਹੋ ਗਿਆ ਕਿ ਅੱਜ ਦੇ ਵਿਚਾਰ ਦਾ. ਠੀਕ ਹੈ ਡਾਕਟਰ ਸਾਹਿਬ ਅੱਜ ਦਾ ਵਿਚਾਰ ਹੈਗਾ ਜੀ ਪਿੱਠ ਹਮੇਸ਼ਾ ਮਜ਼ਬੂਤ ਰੱਖਣੀ ਚਾਹੀਦੀ ਹੈ ਕਿਉਂਕਿ ਸ਼ਾਬਾਸ਼ ਤੇ ਧੋਖਾ ਦੋਵੇਂ ਪਿੱਠ ਪਿੱਛੇ ਹੀ ਮਿਲਦੇ ਆ. ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ.
प्रोग्राम ਤੁਹਾਨੂੰ ਕਿਹੋ ਜਿਹਾ ਲੱਗਿਆ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ 604 592 9191 6045929191 ਹੈ। प्रोग्राम च साथ देने लिए बहुत बहुत शुक्रिया।